ਕਾਫਲਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਕੁਲਦੀਪ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਨਿੱਕੀ ਜੀ ਆਇਆਂ। ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਕਾਫਲਾ ਟੀਵੀ 7 ਦਿਨ 24 ਘੰਟੇ ਤੁਸੀਂ ਵਾਚ ਕਰਦੇ ਹੋ ਜੀ। ਅਗਰ ਕਾਫਲਾ ਟੀਵੀ ਦਾ ਪੇਜ ਜਾਂ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਤੇ ਜਾ ਕੇ ਕਾਫਲਾ ਟੀਵੀ ਦਾ ਜਿਹੜਾ ਵੱਖੋ ਵੱਖਰੇ ਐਪੀਸੋਡ ਤੇ ਵੱਖੋ ਵੱਖਰੇ ਜਿਹੜੇ ਨਿਊਜ਼ ਦੇ ਆਪਣੇ ਆਲਰੇਡੀ ਪਏ ਨੇ ਜੀ। ਅਗਰ ਤੁਸੀਂ ਵੀ ਕਾਲ ਕਰਨੀ ਚਾਹੁੰਦੇ ਹੋ 905 601 1300 ਤੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਸਟੂਡੀਓ ਦੇ ਵਿੱਚ ਹਮੇਸ਼ਾ ਅਸੀਂ ਹਫ਼ਤਾਵਾਰੀ ਖਬਰਾਂ ਦੇ ਵਿੱਚ ਪੰਜਾਬ ਤੋਂ ਸੀਨੀਅਰ ਪੱਤਰਕਾਰ ਜੋ ਕਿ ਅਵਤਾਰ ਸਿੰਘ ਸ਼ੇਰਗਿੱਲ ਜੀ ਹਮੇਸ਼ਾ ਸਾਂਝ ਪਾਉਂਦੇ ਨੇ। ਪੰਜਾਬ ਦੇ ਵਿੱਚ ਜਿਸ ਹਿਸਾਬ ਦੇ ਨਾਲ ਉੱਥੇ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਆ ਪੰਜਾਬ ਦੇ ਵਿੱਚ, ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਚੌਂਕੀ ਨੂੰ ਜਾ ਕੇ ਕਬਜ਼ ਕੀਤਾ ਗਿਆ ਤੇ ਨਾਲ ਦੀ ਨਾਲ ਆਪਣੇ ਸਾਥੀ ਨੂੰ ਛਡਾਉਣ ਵਾਸਤੇ ਤੇ ਉਸ ਤੋਂ ਬਾਅਦ ਦੇ ਵਿੱਚ ਭਾਈ ਅੰਮ੍ਰਿਤਪਾਲ ਦਾ ਜਿਹੜਾ ਇੰਸਟਾਗ੍ਰਾਮ ਸੀਗਾ ਉਸ ਨੂੰ ਵੀ ਜਿਹੜਾ ਹੈਗਾ ਅਕਾਊਂਟ ਬੰਦ ਕੀਤਾ ਗਿਆ। ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਜਿਹੜਾ ਬਿਆਨ ਇੱਕ ਆਇਆ ਗੋਲ ਮੋੜ, ਉਹਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ। ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਸ ਵਿੱਚ ਹੀ ਜਿਹੜਾ ਚੱਲ ਰਿਹਾ ਟਕਰਾਅ ਤੇ ਹੋਰ ਵੀ ਆਪਣੇ ਕੋਲ ਜਿਹੜੀਆਂ ਇੱਕ ਨਿਵੇਸ਼ ਸੰਮੇਲਨ ਹੋਇਆ ਸੀਗਾ, ਉਸ ਦੇ ਸੰਮੇਲਨ ਦੇ ਵਿੱਚ ਪੰਜਾਬ ਨੂੰ ਕੀ ਫਾਇਦਾ ਹੋਇਆ, ਕਿੰਨੇ ਕੁ ਜਿਹੜੇ ਨਿਵੇਸ਼ਕਾਰ ਨੇ ਇਨਵੈਸਟਰ ਹੈਗੇ ਨੇ ਪੰਜਾਬ ਦੇ ਵਿੱਚ ਆਉਣ ਨੂੰ ਤਿਆਰ ਨੇ ਜਾਂ ਕਿ ਨਹੀਂ। ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਨੇ ਮੈਨੂੰ ਲੱਗਦਾ ਨਹੀਂ ਕੋਈ ਪੰਜਾਬ ਦੇ ਵਿੱਚ ਇਨਵੈਸਟ ਕਰਨ ਨੂੰ ਤਿਆਰ ਹੋਊਗਾ, ਕਿਉਂਕਿ ਡੇ ਬਾਈ ਡੇ ਜਿਹੜੇ ਉੱਥੇ ਨੇ ਆਪੋ ਤਾਪ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਪ ਪਾਰਟੀ ਦੇ ਉੱਤੇ ਤੁਮਤਾਂ ਲਾ ਰਹੇ ਨੇ। ਆਪ ਪਾਰਟੀ ਜੋ ਕਿ ਜਿਹੜੀਆਂ ਸਿਆਸੀ ਪਹਿਲਾਂ ਪਾਰਟੀਆਂ ਸੀ ਉਹਨਾਂ ਦੇ ਉੱਤੇ, ਕਿਉਂਕਿ ਇੰਨੇ 70 ਸਾਲਾਂ ਦੇ ਵਿੱਚ ਕੀ ਉਹਨਾਂ ਨੇ ਪੰਜਾਬ ਵਾਸਤੇ ਕੀਤਾ ਹੈਗਾ। ਅਵਤਾਰ ਸਿੰਘ ਸ਼ੇਰਗਿੱਲ ਤੁਹਾਡਾ ਵੈਲਕਮ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਜੀ ਵੈਲਕਮ ਜੀ। ਜੇ ਆਪਾਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਜਿਹੜੇ ਪੰਜਾਬ ਦੇ ਇਸ ਟਾਈਮ ਭਖਦੇ ਮੁੱਦੇ ਨੇ, ਤੁਸੀਂ ਬੜੀ ਤਿਰਛੀ ਨਜ਼ਰ ਦੇ ਨਾਲ ਤਿੱਖੀ ਨਜ਼ਰ ਰੱਖ ਰਹੇ ਹੋ। ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਕਾਫੀ ਖਰਾਬ ਹੁੰਦੇ ਨਜ਼ਰ ਆ ਰਹੇ ਨੇ। ਜੇ ਗੱਲ ਕਰੀਏ ਜੀ ਲੱਖਾਂ ਦੀ ਤਾਦਾਦ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਇਕੱਠ ਨੂੰ ਲੈ ਕੇ ਚੌਂਕੀ ਦੇ ਉੱਤੇ ਪਹੁੰਚੇ ਨੇ, ਚੌਂਕੀ ਨੂੰ ਕਬਜ਼ ਕੀਤਾ, ਉਸ ਨੂੰ ਪੂਰਾ ਘੇਰਾਬੰਦੀ ਕੀਤੀ ਤੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੁਸ਼ੋਭਿਤ ਸੀਗੀ। ਜਿਹੜੇ ਪੁਲਿਸ ਕਰਮਚਾਰੀ ਨੇ ਉਹ ਵੀ ਸਾਡੇ ਸਿੱਖ ਨੇ, ਸਾਡੇ ਪੰਜਾਬੀ ਨੇ ਤੇ ਉਹ ਵੀ ਕਿਉਂਕਿ ਸਤਿਕਾਰ ਕਰਦੇ ਨੇ, ਸਿਰ ਝੁਕਦਾ ਹੈਗਾ ਤੇ ਉਹ ਜਿਹੜੇ ਬੈਰੀਗੇਡ ਸੀਗੇ ਉਹਨਾਂ ਨੇ ਓਪਨ ਕੀਤੇ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਹੰਗਾਮਾ ਪੁਲਿਸ ਚੌਂਕੀ ਦੇ ਵਿੱਚ ਜਾ ਕੇ ਹੋਇਆ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਵੋ ਜੀ। ਬਿਲਕੁਲ ਜੀ, ਇਹ ਬੜੀ ਮੰਦਭਾਗੀ ਘਟਨਾ ਹੋਈ ਆ। ਵੈਸੇ ਤਾਂ 2-3 ਦਿਨ ਤੋਂ ਚਰਚਾ ਚੱਲ ਰਹੀ ਸੀਗੀ, ਇਹ ਬੜੀ ਲੰਬੀ ਚੌੜੀ ਚਰਚਾ ਛਿੜ ਗਈ। ਖਾਸ ਕਰਕੇ ਇਹ ਆਪਣੀ ਪੰਥ ਦੀ ਲੜਾਈ ਨੂੰ ਨਿੱਜੀ ਲੜਾਈ ਲੈ ਕੇ ਤੁਰ ਪੈਣਾ ਇੱਕ ਸ਼ਖਸ ਵੱਲੋਂ ਤੇ ਉਹਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਬਣਾ ਲੈਣਾ, ਵੀ ਆੜ ਬਣਾ ਲੈਣਾ ਜਾਂ ਉਹਨਾਂ ਨੂੰ ਮੂਹਰੇ ਪਾਲਕੀ 'ਚ ਸੁਸ਼ੋਭਿਤ ਕਰਕੇ ਲਿਜਾਣਾ। ਇਸ ਗੱਲ ਉੱਤੇ ਵੀ ਬੜੀ ਲੋਕਾਂ ਦੀ ਇਹ ਕਹਿਣਾ ਬਣ ਰਿਹਾ ਵੀ ਬੇਹਰਮਤੀ ਹੋਈ ਆ ਜਾਂ ਬੇਅਦਬੀ ਹੋਈ ਆ, ਕਿਉਂਕਿ ਆਮ ਕਰਕੇ ਆਪਾਂ ਦੇਖਦੇ ਹਾਂ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਉਹ ਪੈਲਸਾਂ ਵਿੱਚ ਲਿਜਾਣ 'ਚ ਮਨਾਹੀ ਆ, ਕਿਤੇ ਹੋਰ ਥਾਵਾਂ 'ਤੇ ਲਿਜਾਣ 'ਚ ਮਨਾਹੀ ਆ। ਉਂਝ ਵੀ ਆਪਾਂ ਪਿਛਲੇ ਕਈ ਸਾਲਾਂ ਤੋਂ ਦੇਖਦੇ ਹਾਂ ਜਿਹੜੇ ਆ ਵੈਸੇ ਜਗ੍ਹਾਵਾਂ ਬਣੀਆਂ ਆ, ਸਮਾਧਾਂ ਆ ਜਾਂ ਕੁਛ ਹੋਰ ਆ, ਉੱਥੇ ਵੀ ਪ੍ਰਕਾਸ਼ ਕਰਨ ਤੋਂ ਰੋਕ ਦਿੱਤਾ ਗਿਆ। ਸਤਿਕਾਰ ਕਮੇਟੀ ਵਾਲੇ ਪਹੁੰਚ ਜਾਂਦੇ ਆ ਤੇ ਕੀ ਇਹ ਥਾਣੇ ਦੇ ਵਿੱਚ ਲੈ ਕੇ ਗਏ। ਥਾਣੇ ਦੇ ਵਿੱਚ ਕੀ ਉੱਥੇ ਕੋਈ ਬਹੁਤ ਪਵਿੱਤਰ ਥਾਂ ਸੀਗੀ, ਉੱਥੇ ਤੇ ਮੀਟ ਸ਼ਰਾਬ ਚੱਲਦੇ ਆ, ਸਿਗਰਟਾਂ ਬੀੜੀਆਂ ਚੱਲਦੀਆਂ ਉੱਥੇ, ਮਤਲਬ ਜਿੰਨਾ ਕੁ ਆਪਾਂ ਦੇਖਣ ਸੁਣਨ ਨੂੰ ਮਿਲਦਾ ਵੀ ਥਾਣੇ 'ਚ ਕੀ ਕੁਛ ਨਹੀਂ ਹੁੰਦਾ ਤੇ ਉੱਥੇ ਲਿਜਾਣਾ ਤੇ ਕੀ ਉਹ ਬੇਅਦਬੀ ਨਹੀਂ ਹੋਈ ਆ, ਇਸ ਗੱਲ ਨੂੰ ਵੀ ਵਿਚਾਰਿਆ ਜਾਣਾ ਚਾਹੀਦਾ ਸੀਗਾ। ਪਰ ਜੇ ਹੁਣ ਇਹਨਾਂ ਤੇ ਸਵਾਲ ਤਾਂ ਹਰੇਕ ਬੰਦਾ ਉਠਾਲਦਾ ਵੀ ਆਖਰ ਲੜਾਈ ਤਾਂ ਆਪਾਂ ਕਹਿੰਦੇ ਸੀਗੇ ਵੀ ਕੇਂਦਰ ਨਾਲ ਲੜਨੀ ਆ, ਹੁਕੂਮਤ ਨਾਲ ਲੜਨੀ ਆ ਤੇ ਉਹ ਲੜਾਈ ਹੋ ਗਈ ਇੱਕ ਬੰਦੇ ਦੀ ਤੇ ਉਹ ਬੰਦੇ ਦੀ ਲੜਾਈ ਦੇ ਵਿੱਚ ਛਡਾਉਣ ਦੇ ਲਈ ਲੋਕਤੰਤਰ ਦੇ ਵਿੱਚ ਕਈ ਤਰੀਕੇ ਹੁੰਦੇ ਆ। ਇਹ ਨਹੀਂ ਹੈਗਾ ਵੀ ਤੁਹਾਡੀ ਗੱਲ ਸੁਣੀ ਨਹੀਂ ਜਾਂਦੀ, ਸੁਣੀ ਪਾਇਆ ਚਲੋ ਘੱਟ ਗਿਣਤੀ ਦੀ ਨਹੀਂ ਸੁਣੀ ਜਾਂਦੀ ਆ, ਉਹ ਵੈਸੇ ਗੱਲਾਂ ਹੁੰਦੀਆਂ ਵੀ ਸਿੱਖਾਂ ਦੀ ਗੱਲ ਨਹੀਂ ਸੁਣੀ ਜਾਂਦੀ ਆ। ਪਰ ਜਦੋਂ ਆਪਾਂ ਇਸ ਤਰੀਕੇ ਨਾਲ ਕੰਮ ਕਰਦੇ ਆ ਤਾਂ ਫਿਰ ਉਹ ਮਨਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉੱਠਦਾ ਆ ਵੀ ਕੀ ਇਹੋ ਜਿਹੀ ਸੇਧ ਦਿੱਤੀ ਜਾ ਰਹੀ ਆ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਬਈ ਇੱਕ ਬੰਦੇ ਨੂੰ ਫੜਿਆ ਤੇ ਉਹਨੂੰ ਛਡਾਉਣ ਲਈ ਆਹ ਕੁਛ ਕੀ ਕਰਨਾ ਪਵੇ ਤੇ ਮੁੜ ਕੇ ਉਹ ਵੀ ਜਿਹੜੀ ਢਾਲ ਆ ਉਹ ਗੁਰੂ ਸਾਹਿਬ ਦੀ ਵਰਤੀ ਜਾਵੇ। ਦੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵਿੱਚ ਇਹ ਵੀ ਨਾਲ ਜੋੜ ਰਹੇ ਆ ਕੰਪੈਰੀਜ਼ਨ ਕਰਕੇ ਬਈ ਦੇਖੋ ਜਦੋਂ 2015 ਦੇ ਵਿੱਚ ਜੋ ਕੁਛ ਕੋਟਕਪੂਰਾ ਔਰ ਬਹਿਬਲ ਕਲਾਂ ਦੇ ਵਿੱਚ ਹੋਇਆ ਸੀ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਸੀ ਤੇ ਇਹ 'ਚ ਕੋਈ ਸ਼ੱਕ ਨਹੀਂ। ਅੱਜ ਵੀ ਜਿਹੜਾ ਬਹਿਬਲ ਕਲਾਂ ਮੋਰਚਾ ਲੱਗਿਆ ਹੋਇਆ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੈ।
ਹੁਣ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਕਿਤੇ ਸਾਫ਼ ਸੁਥਰੇ ਥਾਂ ਤੇ ਲਿਜਾ ਕੇ ਪ੍ਰਕਾਸ਼ ਕਰ ਦੇਣਾ। ਆਪਾਂ ਦੇਖਦੇ ਹੀ ਆ ਜਦੋਂ ਆਪਾਂ ਗੁਰੂ ਸਾਹਿਬ ਦੀ ਸਵਾਰੀ ਲੈ ਕੇ ਜਾਂਦੇ ਆ, ਬਕਾਇਦਾ ਇੱਕ ਬੰਦਾ ਇੱਕ ਜਿਹੜਾ ਸਿੰਘ ਆ ਜਾਂ ਸਿੱਖ ਆ, ਉਹ ਪਾਣੀ ਦਾ ਛਿੱਟਾ ਮਾਰਦਾ ਜਾਂਦਾ, ਉਹਨੂੰ ਐਜ਼ ਏ ਪਵਿੱਤਰ ਥਾਂ ਕਰਦਾ ਜਾਂਦਾ ਵੀ ਮੇਰੇ ਗੁਰੂ ਸਾਹਿਬ ਪਿੱਛੇ ਆ ਰਹੇ ਆ। ਤੇ ਉਹੀ ਕੰਮ ਜਿਹੜਾ ਆਇਆ ਉਦੋਂ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਵੀ ਜੇ ਪ੍ਰਕਾਸ਼ ਹੋਇਆ। ਪਰ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਉਹਦੇ ਨਾਲ ਤੁਲਨਾ ਕੀਤੀ ਜਾ ਰਹੀ, ਵੀ ਉਦੋਂ ਵੀ ਹੋਇਆ ਸੀ, ਪਰ ਉਹਦਾ ਮਕਸਦ ਨਹੀਂ ਦੇਖਦੇ, ਉਹਦਾ ਕਾਰਨ ਨਹੀਂ ਦੇਖਦੇ ਵੀ ਉੱਥੇ ਜਿਹੜਾ ਮੋਰਚਾ ਲੱਗਾ ਸੀ ਉਹ ਪਹਿਲਾਂ ਹੀ ਹੋਈਆਂ ਬੇਅਦਬੀਆਂ ਦੇ ਖਿਲਾਫ ਜਾਂ ਪਹਿਲਾਂ ਕੀਤੀਆਂ ਗਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਇਆ ਸੀਗਾ, ਨਾ ਕਿ ਕਿਸੇ ਨਿੱਜੀ ਬੰਦੇ ਨੂੰ ਛੁਡਾਉਣ ਲਈ ਲੱਗਾ ਸੀ। ਸੋ ਤੁਲਨਾ ਕਰਨ ਲੱਗੇ ਵੀ ਆਪਾਂ ਇੱਕ ਕਮੈਂਟ ਲਾ ਦਿੰਦੇ ਆ ਵੀ ਫਟਾਫਟ ਦੇਖੋ ਜੀ ਤੁਸੀਂ ਇਹਨੂੰ ਗਲਤ ਕਹਿ ਰਹੇ ਆ, ਤੇ ਉਹ ਸਹੀ ਸੀ। ਤੇ ਜੇ ਉਹ ਸਹੀ ਸੀ ਤਾਂ ਇਹ ਵੀ ਸਹੀ ਸੀ। ਉਹਦੇ ਵਿੱਚ ਸਾਰੇ ਬੈਠੇ ਸੀਗੇ, ਸੰਤ ਢੱਡੀਆਂ ਵਾਲੇ ਵੀ ਬੈਠੇ ਸੀਗੇ, ਹੋਰ ਪੰਥ ਪ੍ਰੀਤ ਹੋਣੇ ਵੀ ਬੈਠੇ ਸੀਗੇ, ਪਰ ਮਕਸਦ ਜਿਹੜਾ ਸੀਗਾ ਉਹ ਸੀ ਉੱਥੇ ਬੇਅਦਬੀਆਂ ਹੋਈਆਂ ਸੀਗੀਆਂ, ਉਹਨਾਂ ਬੇਅਦਬੀਆਂ ਦਾ ਇਨਸਾਫ ਲੈਣ ਲਈ, ਦੋਸ਼ੀਆਂ ਨੂੰ ਫੜਨ ਵਾਸਤੇ, ਸਰਕਾਰ ਨੂੰ ਜਗਾਉਣ ਵਾਸਤੇ ਉਹ ਮੋਰਚਾ ਲਾਇਆ ਗਿਆ ਸੀ। ਉਹ ਸ਼ਾਂਤਮਈ ਤਰੀਕੇ ਨਾਲ ਮੋਰਚਾ ਸੀ, ਜਿਹੜਾ ਬਾਅਦ ਚ ਫਿਰ ਉਹ ਜੋ ਵੀ ਕੁਝ ਵਾਪਰਿਆ ਉਹ ਸਾਰਾ ਸਾਹਮਣੇ ਆ। ਪਰ ਇੱਥੇ ਜੋ ਕੁਝ ਹੋਇਆ, ਇਹਦੀ ਕੇਂਦਰੀ ਸਿੰਘ ਸਭਾ, ਹੋਰ ਜਿੰਨੇ ਵੀ ਸਿੱਖ ਭਾਈਚਾਰਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ, ਨਾਨਕ ਨਾਮ ਲੇਵਾ ਸੰਗਤ ਆ, ਉਹਨਾਂ ਸਾਰਿਆਂ ਦੇ ਹਿਰਦਿਆਂ ਨੂੰ ਬੜੀ ਠੇਸ ਪੁੱਜੀ ਆ ਤੇ ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਥਾਣੇ ਵਿੱਚ ਲਿਜਾਇਆ ਨਹੀਂ ਜਾਣਾ ਚਾਹੀਦਾ ਸੀਗਾ। ਠੀਕ ਆ, ਉੱਥੇ ਹੁਣ ਦੇਖੋ, ਜੇ ਤਾਂ ਫੌਜ ਆ, ਸੌਰੀ ਪੁਲਿਸ ਆ, ਪੁਲਿਸ ਦੇ ਵਿੱਚ ਸਰਕਾਰ ਆ, ਉਹ ਜੋ ਮਰਜ਼ੀ ਕਰ ਸਕਦੇ ਸੀਗੇ। ਉੱਥੇ ਕੁਝ ਵੱਡੀ ਤਾਦਾਦ 'ਚ ਹੋਰ ਨੀਮ ਫੌਜੀ ਬਲ ਆ ਜਾਂਦੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਹੀ ਨਹੀਂ। ਕੋਈ ਹੋਰ ਜਿਹੜੀਆਂ ਕੇਂਦਰੀ ਬੱਲਾਂ ਬੁਲਾ ਲਈਆਂ ਜਾਂਦੀਆਂ ਪਹਿਲਾਂ ਵੀ ਸਾਡੇ ਇਹ ਕਾਬੂ ਤੋਂ ਬਾਹਰ ਹੋ ਰਿਹਾ, ਸਥਿਤੀ ਜਿਹੜੀ ਕਾਬੂ ਤੋਂ ਬਾਹਰ ਹੋ ਰਹੀ ਆ, ਇਹਦੇ ਤੇ ਕਾਬੂ ਕਰਨਾ ਤੇ ਕੇਂਦਰੀ ਬੱਲਾਂ ਭੇਜੋ, ਤਾਂ ਕੇਂਦਰ ਤਾਂ ਅੱਗੇ ਤਿਆਰ ਹੁੰਦਾ, ਉਹਨਾਂ ਨੇ ਭੇਜਣੀ ਸੀ। ਉੱਥੇ ਫਿਰ ਕੀ ਹੁੰਦਾ, ਇਹ ਆਪਾਂ ਨੂੰ ਸੋਚਣਾ ਚਾਹੀਦਾ ਵੀ ਜੇ ਉਹਨਾਂ ਨੂੰ ਕੁਝ ਨਹੀਂ ਪਤਾ ਆਖਰ ਗੁਰੂ ਗ੍ਰੰਥ ਸਾਹਿਬ ਹੈ ਕੀ ਆ, ਸਵਾਏ ਜਿਹੜਾ ਬੰਦਾ ਉਸ ਨੂੰ ਮੰਨਦਾ ਆ ਜਾਂ ਉਸ ਦੇ ਉੱਤੇ ਸ਼ਰਧਾ ਰੱਖਦਾ, ਸਤਿਕਾਰ ਕਰਦਾ ਜਾਂ ਉਹਦੇ ਬਾਰੇ ਜਾਣਕਾਰੀ ਰੱਖਦਾ, ਉਹੀ ਉਹਨੂੰ ਜਾਣੂਗਾ ਨਾ। ਉਂਝ ਤਾਂ ਨਹੀਂ ਪਤਾ ਕਿਸੇ ਨੂੰ ਵੀ ਇਹ ਗੁਰੂ ਗ੍ਰੰਥ ਸਾਹਿਬ ਹੈ ਕੀ ਆ। ਤਾਂ ਫਿਰ ਉੱਥੇ ਜਦੋਂ ਉਹਨਾਂ ਨੇ ਕੋਈ ਇਹੋ ਜਿਹੀ ਕਾਰਵਾਈ ਕੀਤੀ ਹੁੰਦੀ ਜਾਂ ਸਖਤੀ ਵਰਤੀ ਹੁੰਦੀ ਤਾਂ ਫਿਰ ਸੋਚ ਕੇ ਦੇਖੋ ਕੀ ਹੁੰਦਾ। ਸੋ ਇਹ ਠੀਕ ਆ, ਤੁਸੀਂ ਜਿਹੜੀ ਆਪਦੇ ਬੰਦੇ ਨੂੰ ਛੁਡਾਉਣ ਲਈ ਜਿੱਥੇ ਉਹ ਕਹਿੰਦੇ ਵੀ ਦੇਖੋ ਜਦੋਂ ਗੱਲ ਇਸ ਤਰੀਕੇ ਨਾਲ ਸੁਣੀ ਨਾ ਜਾਵੇ ਤਾਂ ਉਦੋਂ ਮੁੜ ਕੇ ਇਹ ਤਰੀਕਾ ਵੀ ਅਪਣਾਇਆ ਜਾਣਾ ਚਾਹੀਦਾ। ਤੇ ਉਹ ਵੱਖਰੀ ਗੱਲ ਆ ਵੀ ਸਮੇਂ-ਸਮੇਂ ਤੇ ਸੰਘਰਸ਼ ਜਿਹੜਾ ਉਹ ਸਿੱਖ ਕੌਮ ਲੜਦੀ ਆਈ ਆ, ਕਰਦੀ ਵੀ ਆਈ ਆ, ਮੋਰਚੇ ਵੀ ਲੱਗੇ, ਅੰਦੋਲਨ ਵੀ ਲੱਗੇ ਆ, ਪਰ ਕਈਆਂ ਤੋਂ ਇਹ ਬੋਲਦਿਆਂ ਸੁਣਿਆ ਆ ਵੀ ਅੱਜ ਤੱਕ ਕਦੀ ਇਦਾਂ ਨਹੀਂ ਹੋਇਆ ਵੀ ਧਰਨੇ ਪ੍ਰਦਰਸ਼ਨਾਂ ਦੇ ਵਿੱਚ, ਅੰਦੋਲਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਇਆ ਗਿਆ ਹੋਵੇ। ਉਸ ਗੱਲ ਨੂੰ ਲੈ ਕੇ ਜ਼ਿਆਦਾ ਰੋਸ ਆ। ਬਾਕੀ ਪੁਲਿਸ ਤੇ ਵੀ ਸਵਾਲ ਉੱਠਦਾ ਆ ਕਿ ਜੇ ਤੁਸੀਂ ਬੰਦੇ ਨੂੰ ਗਲਤ ਫੜਿਆ ਸੀ, ਹੁਣ ਛੱਡਿਆ, 4 ਦਿਨ ਦਾ ਉਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਹਿ ਰਿਹਾ ਸੀਗਾ ਵੀ ਛੱਡ ਦਿਓ ਨਹੀਂ ਤਾਂ ਮੈਂ ਐ ਕਰ ਦਿਆਂਗਾ, ਤੇ ਉਦੋਂ ਹੀ ਛੱਡ ਦਿੰਦੇ ਤੇ ਇੱਥੋਂ ਤੱਕ ਨੌਬਤ ਨਹੀਂ ਆਉਂਦੀ। ਤੇ ਪੁਲਿਸ ਵੀ ਦੀ ਜਿਹੜੀ ਆ ਉਹ ਵੀ ਇਹਦੇ ਵਿੱਚ ਨਾਕਾਮੀ ਸਾਬਤ ਹੋਈ ਆ, ਔਰ ਉਹਦੀ ਵੀ ਇੱਕ ਸਹੀ ਸਮੇਂ ਤੇ ਕੋਈ ਕੰਮ ਕੀਤੇ ਜਾਣ ਦੇ ਉਹਦੇ ਵਿੱਚ ਕੋਈ ਸਮਰੱਥਾ ਦਿਖਾਈ ਨਹੀਂ ਦਿੱਤੀ ਆ। ਬਾਅਦ 'ਚ ਉਹਨਾਂ ਨੇ ਵੀ ਕਹਿ ਦਿੱਤਾ, ਠੀਕ ਆ, ਉਹਨਾਂ ਦੇ ਸਾਹਮਣੇ ਵੀ ਉਹੀ ਗੱਲ ਆ ਗਈ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹਦਾ ਸੀਗਾ ਸਤਿਕਾਰ ਸਾਨੂੰ ਕਰਨਾ ਬਣਦਾ ਸੀ, ਇਸ ਕਰਕੇ ਅਸੀਂ ਪਿੱਛੇ ਹਟ ਗਏ। ਪਰ ਹੁਣ ਡੀਜੀਪੀ ਸਾਹਿਬ ਕਹਿ ਰਹੇ ਆ ਕਿ ਸਾਡੇ ਤੇ ਜਿਹੜਾ ਹਮਲਾ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਆੜ 'ਚ ਜਾਂ ਢਾਲਣਾ ਕੀਤਾ ਗਿਆ। ਤੇ ਇਹਦੇ ਵਿੱਚ ਜੋ ਸ਼ਾਮਲ ਸੀਗੇ, ਜਿੱਥੇ ਡੀਐਸਪੀ ਜੁਗਰਾਜ ਸਿੰਘ ਆ ਜਿਹੜਾ ਹਾਕੀ ਦਾ ਬੜਾ ਵਰਲਡ ਚੈਂਪੀਅਨ ਪਲੇਅਰ ਆ, ਉਹਦੇ ਸੱਟਾਂ ਬੜੀਆਂ ਲੱਗੀਆਂ, ਹੋਰ ਪੁਲਿਸ ਵਾਲੇ ਜ਼ਖਮੀ ਹੋਏ ਆ। ਉਸ ਮਾਮਲੇ 'ਚ ਕਾਰਵਾਈ ਕਰਾਂਗੇ, ਪਰ ਉਸ ਦੇ ਬਾਵਜੂਦ ਫਿਰ ਅਮਰਤਪਾਲ ਹੋਣੀ ਉਹਨਾਂ ਨੂੰ ਬੜੀ ਸਖਤ ਚੇਤਾਵਨੀ ਦੇ ਰਹੇ ਕਿ ਡੀਜੀਪੀ ਸਾਹਿਬ ਸੋਚ ਸਮਝ ਕੇ ਬਿਆਨ ਦੇਣ। ਸੋ ਇਸ ਤਰੀਕੇ ਦਾ ਮਾਹੌਲ ਜਿਹੜਾ ਬਣਦਾ ਜਾ ਰਿਹਾ, ਇਹ ਆਪੇ ਬਣਾ ਰਹੇ ਆ ਆਪਾਂ। ਤੇ ਮੁੜ ਕੇ ਜਦੋਂ ਕੋਈ ਕਾਰਵਾਈ ਕੇਂਦਰ ਵੱਲੋਂ ਹੁੰਦੀ ਆ ਤਾਂ ਫਿਰ ਉਹਦੇ 'ਚ ਗੱਲਾਂ ਆ ਜਾਂਦੀਆਂ ਵੀ ਦੇਖੋ ਜੀ ਕੇਂਦਰ ਤਾਂ ਪਹਿਲਾਂ ਹੀ ਤਿਆਰ ਸੀ ਇਸ ਕੰਮ ਨੂੰ, ਇਸ ਕਰਕੇ ਉਹਨਾਂ ਨੇ ਕਰਤਾ, ਤਾਂ ਮੌਕਾ ਤਾਂ ਆਪਾਂ ਹੀ ਦੇ ਰਹੇ ਉਹਨਾਂ ਨੇ ਤਾਂ ਕਰਨਾ ਹੀ ਹੈ। ਹਾਂ ਜੀ, ਸਹੀ ਗੱਲ ਆ। ਪਰ ਨਾਲ ਦੇ ਨਾਲ ਜੇ ਲਵਪ੍ਰੀਤ ਉਹਨਾਂ ਨੂੰ ਰਿਹਾ ਪੁਲਿਸ ਨੇ ਕਰ ਦਿੱਤਾ, ਤੁਰੰਤ ਰਿਹਾ ਕਰ ਦਿੱਤਾ, ਜਿੱਦਾਂ ਤੁਸੀਂ ਆਲਰੇਡੀ ਪਹਿਲਾਂ ਹੀ ਦੱਸ ਦਿੱਤਾ। ਅਗਰ ਜੇ 4 ਦਿਨਾਂ ਤੋਂ ਉਹ ਕਹਿ ਰਹੇ ਸੀ ਜੀ ਅਸੀਂ ਵੱਡਾ ਕਾਫਲਾ ਲੈ ਕੇ ਪਹੁੰਚਾਂਗੇ ਅਜਨਾਲਾ ਦੇ ਵਿੱਚ, ਪਰ ਪੁਲਿਸ ਨੂੰ ਪਹਿਲਾਂ ਹੀ ਉਸ ਦੇ ਉੱਤੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ, ਫਿਰ ਰਿਪੋਰਟ ਕਰਨੀ ਚਾਹੀਦੀ ਸੀਗੀ। ਪਰ ਉਹਦੇ ਵਿੱਚ ਦੋਨੇ ਤਰ੍ਹਾਂ ਦੀ ਆਪਾਂ ਕਹਿ ਸਕਦੇ ਹੈਗੇ ਹਾਂ। ਪੁਲਿਸ ਨੇ ਫਿਰ ਅਗਰ ਜੇ ਕੇਸ ਪਾਤਾ ਸੀ ਤਾਂ ਫਿਰ ਉਹਦੇ ਉੱਤੇ ਪ੍ਰੋਪਰਲੀ ਇਨਵੈਸਟੀਗੇਸ਼ਨ ਕਰਦੇ, ਰਾਈਟ ਵੇ ਨਾ ਉਹਨਾਂ ਨੂੰ ਛੱਡਦੇ ਅਗਰ ਜੇ ਉਹਨਾਂ ਦੇ ਕੋਲ ਰਿਪੋਰਟ ਹੋਈ ਸੀਗੀ। ਤੇ ਇਸ ਦੇ ਪਿੱਛੇ ਹੌਲੀ ਹੌਲੀ ਹੋਰ ਵੀ ਜਿਹੜੀਆਂ ਲੰਬੀਆਂ ਜ਼ਰੂਰ ਆਉਣ ਵਾਲੇ ਸਮਿਆਂ ਦੇ ਵਿੱਚ ਪਤਾ ਲੱਗੂਗਾ ਕੀ ਵਜ੍ਹਾ ਸੀਗੀ
ਕੋਈ ਇਹਦੇ ਪਿੱਛੇ ਕੋਈ ਸਿਆਸੀ ਪਾਰਟੀਆਂ ਦਾ ਹੱਥ ਤਾਂ ਨਹੀਂਗਾ ਜਿਹੜਾ ਐਡਾ ਵੱਡਾ ਕਾਫਲਾ ਉੱਥੇ ਜਾਣਾ ਤੇ ਪੁਲਿਸ ਨੇ ਤੁਰੰਤ ਉਹਨੂੰ ਰਿਹਾ ਕਰਨਾ। ਗੱਲ ਕਰੀਏ 20-25 ਸਾਲਾਂ ਤੋਂ ਜਿਹੜੇ ਬੰਦੀ ਸਿੰਘ ਉਹਨਾਂ ਸਜ਼ਾਵਾਂ ਪੂਰੀਆਂ ਕਰੀ ਬੈਠੇ ਨੇ, ਫਿਰ ਉਹਨਾਂ ਦੇ ਉੱਤੇ ਵੀ ਇੱਦਾਂ ਦਾ ਕੋਈ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੀ ਆਵਾਜ਼ ਉੱਠ ਸਕਦੀ ਹੈਗੀ ਆ। ਜੀ ਗਿੱਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ, ਉਹ ਤਾਂ ਆਵਾਜ਼ ਉੱਠਦੀ ਰਹੀ ਆ ਤੇ ਚੱਲ ਵੀ ਰਹੀ ਆ। ਮੋਹਾਲੀ ਦੇ ਵਿੱਚ ਇਨਸਾਫ ਮੋਰਚਾ ਚੱਲ ਰਿਹਾ, ਸ਼੍ਰੋਮਣੀ ਕਮੇਟੀ ਨੇ ਦਸਤਖਤੀ ਮੁਹਿੰਮ ਚਲਾਈ ਹੋਈ ਆ, ਹੋਰ ਵੀ ਗਾਹੇ ਬਗਾਹੇ ਇੱਧਰੋਂ ਉੱਧਰੋਂ ਆਵਾਜ਼ਾਂ ਉੱਠ ਰਹੀਆਂ ਬਈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਤੇ ਜਿਹੜਾ ਇਨਸਾਫ ਮੋਰਚਾ ਮੋਹਾਲੀ ਲੱਗਾ ਹੋਇਆ ਉਹਦੀ ਤਾਂ ਵੈਸੇ ਹੀ ਜਿਵੇਂ ਭਾਈ ਰਾਜੋਆਣੇ ਨੇ ਕਹਿਤਾ ਜੀ ਮੇਰਾ ਤਾਂ ਉਹਦੇ ਨਾਲ ਸੰਬੰਧ ਹੀ ਹੈ ਨਹੀਂ, ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸ਼ੁਰੂ ਹੀ ਭਾਈ ਰਾਜੋਆਣੇ ਤੋਂ ਹੋਈ ਸੀ। ਬਾਕੀ ਜਿਹੜਾ ਸਿੰਘਾਂ ਦੀ ਗੱਲ ਕੋਈ ਬਹੁਤੀ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਨੇ ਮੰਨਣਯੋਗ ਹੈ ਜਾਂ ਮੰਨੂਗੀ, ਪਰ ਜਦੋਂ ਉਹਨਾਂ ਨੇ ਇਹਦੇ ਤੋਂ ਆਪਣਾ ਕਿਨਾਰਾ ਕੱਤ ਲਿਆ ਵੀ ਹਾਂ ਵੀ ਮੇਰੇ ਨਾਲ ਇਹਦਾ ਕੋਈ ਸੰਬੰਧ ਹੀ ਨਹੀਂ ਆ, ਤੇ ਫਿਰ ਇਨਸਾਫ ਮੋਰਚੇ ਦੀ ਜਿਹੜੀ ਆ ਉਹ ਇੱਕ ਮੋਰਚਾ ਆ ਉਹ ਵੀ ਕਿਤੇ ਨਾ ਕਿਤੇ ਪਿਛਾਂਹ ਹਟਦਾ ਜਾਂ ਉਹਦੇ ਜਿਹੜੇ ਕਮਜ਼ੋਰ ਪੈਂਦਾ ਜ਼ਰੂਰ ਨਜ਼ਰ ਆਊਗਾ। ਉਹਦੇ ਵਿੱਚ ਕਈਆਂ ਨੂੰ ਆਪਾਂ ਕਹਿਤਾ ਇਹ ਏਜੰਸੀਆਂ ਦੇ ਬੰਦੇ ਆ, ਕਈਆਂ ਨੂੰ ਕਹਿਤਾ ਸਰਕਾਰ ਦੇ ਬੰਦੇ ਆ, ਇਹ ਸਰਕਾਰ ਦੀ ਪਿੱਠ ਤੇ ਆ। ਇਸ ਤਰੀਕੇ ਨਾਲ ਆਪੋ ਵਿੱਚ ਹੀ ਜਿਹੜਾ ਇਹ ਕੰਮ ਹੋ ਰਿਹਾ ਉਹ ਬੜਾ ਗਲਤ ਤਰੀਕੇ ਨਾਲ ਹੋ ਰਿਹਾ। ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲੱਗ ਰਹੀ ਆ, ਇੱਕ ਦੂਜੇ ਨੂੰ ਬਦਨਾਮ ਕੀਤਾ ਜਾ ਰਿਹਾ। ਉਹ ਸਾਰਾ ਕੁਝ ਜਿਹੜਾ ਆ ਉਹ ਟੋਟਲੀ ਸਿੱਖ ਕੌਮ ਤੇ ਪੰਜਾਬ ਤੇ ਸਿੱਖਾਂ ਤੇ ਆ ਰਿਹਾ, ਜਿਹੜਾ ਕਿ ਇਹ ਹੋਣਾ ਨਹੀਂ ਚਾਹੀਦਾ। ਠੀਕ ਆ, ਤੁਸੀਂ ਜਿਵੇਂ ਕਿਹਾ ਉਹਨਾਂ ਨੂੰ ਰਿਹਾ ਕਰਾਉਣ ਲਈ ਅੰਮ੍ਰਿਤਪਾਲ ਨੇ ਐਡਾ ਵੱਡਾ ਜਿਹੜਾ ਕਾਫਲਾ ਲੱਗਿਆ, ਸੋ ਇਹ ਜਿਹੜੀ ਇੱਕ ਪਿਰਤ ਪੈ ਗਈ ਆ। ਕੱਲ ਨੂੰ ਕੋਈ ਹੋਰ ਵੀ ਉੱਠ ਕੇ ਚਾਹੇ ਉਹ ਕ੍ਰਿਮੀਨਲ ਹੋਵੇ, ਪੱਕਾ ਵੱਡਾ ਕ੍ਰਿਮੀਨਲ ਹੀ ਹੋਵੇ, ਉਹਨੂੰ ਛਡਾਉਣ ਲਈ ਇਸ ਤਰੀਕੇ ਨਾਲ ਕੋਈ ਤਰੀਕਾ ਅਪਣਾ ਲੂਗਾ, ਕੋਈ ਇੱਦਾਂ ਹੀ ਉੱਥੇ ਕਰ ਦੂਗਾ ਜਾ ਕੇ ਪ੍ਰਦਰਸ਼ਨ ਕਰਨ ਲੱਗਿਆ, ਤਾਂ ਫਿਰ ਕੀ ਹੋਇਆ ਜਾਊਗਾ। ਹੁਣ ਸੰਤ ਢੱਡੀਆਂ ਵਾਲੇ ਤਾਂ ਉਹ ਕਹਿ ਰਹੇ ਆ ਵੀ ਪੁਲਿਸ ਨੂੰ ਵੀ ਤੁਸੀਂ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਵਜੋਂ ਅਸੀਂ ਕੁਝ ਨਹੀਂ ਕੀਤਾ। ਕੱਲ ਨੂੰ ਕਹਿੰਦੇ ਵੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਬੈਂਕ ਚੋਂ ਚੋਰੀ ਕਰਿਆ ਹੋਊਗਾ ਤੇ ਕੋਈ ਚੋਰੀ ਕਰਨ ਦੇ ਦੂਗਾ ਵੀ ਹਾਂ ਵੀ ਤਾਂ ਸਾਡੇ ਮੂਹਰੇ ਤਾਂ ਗੁਰੂ ਸਾਹਿਬ ਸੀ, ਅਸੀਂ ਕੀ ਕਰਦੇ। ਉਹਨਾਂ ਨੇ ਬੜਾ ਇਹ ਤਿੱਖਾ ਸਵਾਲ ਉਹਦੇ ਤੇ ਵੀ ਕੀਤਾ ਤਾਂ ਭਾਈ ਅੰਮ੍ਰਿਤਪਾਲ ਤੇ ਵੀ ਕੀਤਾ, ਪਰ ਬੰਦੀ ਸਿੰਘਾਂ ਨੂੰ ਇਹਦੇ ਨਾਲ ਜੋੜਨਾ ਵੈਸੇ ਹੀ ਨਹੀਂ ਲੱਗਦਾ ਮੈਨੂੰ ਠੀਕ ਆ, ਕਿਉਂਕਿ ਇਹ ਮਸਲਾ ਜਿਹੜਾ ਹੈ ਇੱਕ ਨਿੱਜੀ ਤੌਰ ਤੇ ਸੀ ਕਿ ਹਾਂ ਵੀ ਮੇਰੇ ਜਿਹੜੇ ਇੱਕ ਸਮਰਥਕ ਨੂੰ, ਮੇਰੇ ਇੱਕ ਸਾਥੀ ਨੂੰ ਬਿਨਾਂ ਕੋਈ ਸਬੂਤ ਤੋਂ ਜਾਂ ਬਿਨਾਂ ਕਿਸੇ ਕਸੂਰ ਤੋਂ ਫੜ ਲਿਆ, ਉਹਨੂੰ ਮੈਂ ਛਡਾਉਣਾ ਆ। ਜਿਹੜਾ ਬੰਦੀ ਸਿੰਘਾਂ ਦਾ ਜਿਹੜਾ ਮਾਮਲਾ ਆ ਉਹ ਰੁਤਬਾ ਥੋੜਾ ਜਿਹਾ ਬਹੁਤ ਉੱਚਾ ਆ, ਉਹਦੇ ਲਈ ਜਿਹੜਾ ਆ ਉਹ ਠੀਕ ਆ ਜੋ ਇਨਸਾਫ ਮੋਰਚਾ ਚੱਲ ਰਿਹਾ ਕਰਾਉਣ ਲਈ। ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਇਹ ਜਿਹੜੇ ਬੰਦੀ ਸਿੰਘ ਆ ਇਹ ਕਿਸੇ ਮਿਸ਼ਨ ਨੂੰ ਲੈ ਕੇ, ਕਿਸੇ ਕਾਰਜ ਨੂੰ ਲੈ ਕੇ ਭਾਵਨਾ ਦੇ ਵਿੱਚ ਬਹਿ ਕੇ ਸਮਝ ਲਓ, ਜਾਂ ਉਦੋਂ ਇਹਨੇ ਵੱਡੇ ਵੱਡੇ ਕਾਰਜ ਕਰ ਗਏ ਜਿਨ੍ਹਾਂ ਦੀਆਂ ਉਹ ਸਜ਼ਾਵਾਂ ਭੁਗਤ ਰਿਹਾ, ਸਜ਼ਾਵਾਂ ਹੋ ਰਹੀਆਂ ਵੀ। ਪਰ ਇੱਥੇ ਇੱਕ ਗੱਲ ਸਵਾਲ ਖੜਾ ਇਹ ਹੁੰਦਾ ਵੀ ਜਿਨ੍ਹਾਂ ਤੁਸੀਂ ਕੇਂਦਰ ਸਰਕਾਰ ਦੇ ਜਾਂ ਹਕੂਮਤਾਂ ਦੇ ਖਿਲਾਫ ਲੜਦੇ ਰਹੇ, ਅੱਜ ਉਹਨਾਂ ਦੇ ਮੋਹਰੇ ਹੀ ਬੇਲੜੀਆਂ ਕਿਉਂ ਕੱਢੀਆਂ ਜਾ ਰਹੀਆਂ ਵੀ ਹਾਂ ਵੀ ਰਿਹਾ ਕਰੋ। ਇਹ ਵੀ ਇੱਕ ਸੋਚਣ ਵਾਲੀ ਗੱਲ ਆ। ਜਿਹੜਾ ਵੀ ਇਨਸਾਫ ਮੋਰਚਾ ਕਰਦਾ ਹੈ ਜਾਂ ਸ਼੍ਰੋਮਣੀ ਕਮੇਟੀ ਆ, ਉਹਨਾਂ ਲਈ ਵੀ ਇੱਕ ਇਹ ਬਹੁਤ ਵੱਡੀ ਵਿਚਾਰਨ ਵਾਲੀ ਗੱਲ ਆ। ਗੱਲ ਕਰੀਏ ਜੀ ਗਿੱਲ ਸਾਹਿਬ, ਆਪਣੇ ਕੋਟਕਪੂਰਾ ਗੋਲੀकांड ਜਿਹੜਾ ਚਾਰਜ ਸ਼ੀਟ ਆ ਦਾਖਲ ਸੁਖਵੀਰ ਸਿੰਘ ਤੇ ਸਮੇਤ ਸੈਣੀ ਤੇ ਮੁੱਖ ਮੰਤਰੀ ਬਾਦਲ, ਵੱਡੇ ਬਾਦਲ ਉਹਨਾਂ ਦਾ ਵੀ ਜਿਹੜਾ ਨਾਂ ਵਿੱਚ ਆ ਰਿਹਾ ਜੀ ਹੈਗਾ, ਤੇ ਨਾਲ ਦੀ ਨਾਲ ਪਰਮਰਾਜ ਸਿੰਘ, ਉਮਰਾ ਨੰਗਲ, ਅਮਰ ਸਿੰਘ ਚਾਹਲ, ਚਰਨਜੀਤ ਸ਼ਰਮਾ ਤੇ ਸਮੇਤ ਸੈਣੀ। ਕਿਉਂ ਇਹਨਾਂ ਨੇ ਜਿਹੜੇ ਇਸ ਮੌਕੇ ਦੇ ਉੱਤੇ ਉਧਰੋਂ ਤਾਂ ਇੱਕ ਆਪਣੇ ਅਜਨਾਲਾ ਦੇ ਵਿੱਚ ਜਿਹੜਾ ਮੁੱਦਾ ਪੂਰਾ ਭਖਿਆ ਹੋਇਆ ਹੈਗਾ, ਤੇ ਨਾਲ ਇਹਨਾਂ ਦੇ ਨਾਂ ਇਹਨਾਂ ਨੇ ਜਿਹੜੇ ਆਲਰੇਡੀ ਸਾਹਮਣੇ ਆਏ ਨੇ। ਕੀ ਕਾਰਨ ਕੀ ਆ ਵੀ ਜਿਹੜਾ ਲੋਕਾਂ ਦਾ ਧਿਆਨ ਹੈਗਾ ਉਧਰ ਹਟਿਆ ਰਹੇ ਤੇ ਇਧਰੋਂ ਅਸੀਂ ਨਾਂ ਜਿਹੜੇ ਸਾਹਮਣੇ ਕਰ ਦਿੰਦੇ ਆ, ਕੀ ਕਾਰਨ ਹੋ ਸਕਦਾ ਜੀ? ਬਿਲਕੁਲ ਜੀ, ਕੱਲ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਹੋਣੇ ਆ, ਦੇਖੋ ਕਿਵੇਂ ਬਾਦਲਾਂ ਨੂੰ ਠੋਕ ਦਿੱਤਾ, ਕਿਵੇਂ ਬਾਦਲਾਂ ਨੂੰ ਟੰਗ ਦਿੱਤਾ। ਇਹਨਾਂ ਦਾ ਮੁੱਖ ਮੰਤਰੀ ਚਾਹੀਦਾ ਸੀਗਾ, ਇਹ 'ਚ ਨੋ ਡਾਊਟ ਆ। ਦੇਖੋ ਉਹਨਾਂ ਦੀ ਸਰਕਾਰ ਸੀਗੀ, ਜੇ ਉਹਨਾਂ ਨੇ ਗਲਤੀਆਂ ਕੀਤੀਆਂ ਆ ਉਹਨਾਂ ਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ, ਉਹਨਾਂ ਨੂੰ ਭੁਗਤਣਾ ਚਾਹੀਦਾ ਵੀ ਅਸੀਂ ਇਹ ਕੰਮ ਕਿਉਂ ਕੀਤਾ ਆ। ਪਰ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਅਸੀਂ ਆਪਦੀਆਂ ਜਿਹੜੀਆਂ ਨਾਕਾਮੀਆਂ, ਆਪਦੀਆਂ ਗਲਤੀਆਂ ਨੂੰ ਛੁਪਾਉਣ ਲਈ ਇਹੋ ਜਿਹੀ ਗੱਲ ਮੂਹਰੇ ਲਿਆ ਦਿਓ ਵੀ ਲੋਕ ਭੁੱਲ ਜਾਣ ਵੀ ਅਜਨਾਲੇ ਕੀ ਹੋਇਆ, ਲੋਕ ਭੁੱਲ ਜਾਣ ਕਿ ਰਾਜਪਾਲ ਨੇ ਕੀ ਕੀਤਾ, ਲੋਕ ਭੁੱਲ ਜਾਣ ਕਿ ਇਹਨਾਂ ਦਾ 2 ਦਿਨ ਦਾ ਸੰਮੇਲਨ ਹੋਇਆ, ਮਿਲਿਆ ਕੁਝ ਨਹੀਂ, ਨਿਵੇਸ਼ ਕੁਝ ਨਹੀਂ ਹੋਇਆ, ਤੇ ਇੱਧਰ ਧਿਆਨ ਹੋ ਜਾਣ ਤੇ ਗੱਲ ਉਹੀ ਹੋਈ ਆ। ਕੱਲ ਤੋਂ ਲੈ ਕੇ ਤੁਸੀਂ ਅੱਜ ਤੱਕ ਸੋਸ਼ਲ ਮੀਡੀਆ ਚੁੱਕ ਕੇ ਦੇਖ ਲਓ, ਇੰਨਿਆਂ ਕੁ ਉੱਥੇ ਮਜ਼ਾਕ ਉਡਾਇਆ ਗਿਆ ਇਹਨਾਂ ਦਾ, ਇੰਨਾ ਕੁ ਗੱਲਾਂ ਕਹੀਆਂ ਗਈਆਂ। ਸਜ਼ਾ ਤਾਂ ਅਦਾਲਤ ਨੇ ਦੇਣਾ ਹੈ। ਇਹ ਤਾਂ ਇੱਕ ਪੁਲਿਸ ਨੇ SIT ਸੀਗੀ, ਜਾਂਚ ਕੀਤੀ, ਰਿਪੋਰਟ ਪੇਸ਼ ਕਰਤੀ, ਦੋਸ਼ੀਆਂ ਨੂੰ ਮਿਲਿਆ। SIT ਤਾਂ ਉਹਦੀ ਕੋਨ ਵਿਜੇ ਪ੍ਰਤਾਪ ਦੀ ਵੀ ਬਣਾਈ ਗਈ ਸੀ, ਉਹਨੇ ਵੀ ਆਪਣੀ ਜਾਂਚ ਰਿਪੋਰਟ ਪੇਸ਼ ਕੀਤੀ ਸੀ। ਹਾਈ ਕੋਰਟ ਨੇ ਰੱਦ ਕਰਤੀ ਵੀ ਤੁਸੀਂ ਇਹ
ਸਿਆਸੀ ਦੂਸ਼ਣਬਾਜ਼ੀ ਕੀਤੀ ਆ, ਬਦਲਾ ਲਓ ਭਾਵਨਾ ਆ ਕਿ ਸਿਆਸਤ ਤੋਂ ਪ੍ਰੇਰਿਤ ਆ, ਉਹ ਕਿਤੇ ਟਿਕੀ ਨਹੀਂ। ਹੁਣ ਫਰੀਦਕੋਟ ਅਦਾਲਤ ਦੇ ਵਿੱਚ 7000 ਪੰਨਿਆਂ ਦੀ ਜਿਹੜੀ ਚਾਰਜਸ਼ੀਟ ਪੇਸ਼ ਕੀਤੀ ਹੈ, ਇੱਕ ਹਿੱਸਾ ਆ, ਅਗਲਾ ਹੋਰ ਪੇਸ਼ ਕਰਨਾ, ਪਤਾ ਨਹੀਂ ਹੋਰ ਵੀ ਕਈ ਕਰੂਗੇ। ਹੁਣ ਉਹਦੇ ਵਿੱਚ ਨਾ ਤਾਂ ਉਹੀ ਆਏ ਆ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ ਲਿਆ ਸੀ, ਉਦੋਂ ਵੀ ਬਾਦਲ ਹੋਣਾ ਦਾ ਨਾਂ ਸੀਗਾ, ਸੁਖਬੀਰ ਦਾ ਨਾਂ ਉਦੋਂ ਵੀ ਸੀ, ਸੁਮੇਧ ਸਾਹਣੀ ਦਾ ਉਦੋਂ ਵੀ ਸੀਗਾ, ਤੇ ਹੁਣ ਉਹਦੇ ਵਿੱਚ ਚੇਂਜ ਕੀ ਹੋਇਆ? ਗੱਲ ਤਾਂ ਇਹ ਮਸਲਾ ਇਹ ਖੜਾ ਹੁੰਦਾ। ਖੈਰ ਉਹ ਹੁਣ ਚਲੋ ਪੁਲਿਸ ਵਾਲਿਆਂ ਨੇ ਤਾਂ ਆਪਣੇ ਕੋਲੋਂ ਇੱਕ ਕਿਸਮ ਨਾਲ ਪਾ ਕੇ ਪਰੇ ਕਰਤਾ, ਤੇ ਸਰਕਾਰ ਨੂੰ ਇਹ ਹੋ ਗਿਆ ਵੀ ਦੇਖਿਆ ਅਸੀਂ ਬਾਦਲਾਂ ਨੂੰ ਟੰਗਤਾ ਨਾ, ਲਿਆਂਦੇ ਨਾ ਮੋਰੇ, ਬਖਸ਼ੇ ਨਹੀਂ ਜਾਣਗੇ, ਐ ਹੋਣਗੇ ਜੋ ਹੋਣਗੇ। ਉਹਦੇ ਲਈ ਹੁਣ ਅਦਾਲਤ ਦੇ ਕੋਲ ਚਲੇ ਗਿਆ ਆ, ਅਦਾਲਤ ਨੇ ਦੇਖਣਾ ਵੀ ਇਹਨਾਂ ਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ ਆ। ਆਪਾਂ ਫਿਰ ਇੱਕ ਵਾਰੀ ਕਹਾਂਗੇ ਵੀ ਜਿਹੜਾ ਵੀ ਇਹਦੇ ਪਿੱਛੇ ਸੀ, ਜਿਹੜਾ ਵੀ ਦੋਸ਼ੀ ਸੀ, ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਫਿਰ ਚਾਹੇ ਬਾਦਲ ਹੋਵੇ ਤੇ ਚਾਹੇ ਕੋਈ ਹੋਵੇ। ਜੀ ਗੱਲ ਕਰੀਏ ਜਥੇਦਾਰ ਆਪਣੇ ਹਰਪ੍ਰੀਤ ਉਹਨਾਂ ਦਾ ਜਿਹੜਾ ਬਿਆਨ ਆਇਆ, ਗੋਲ ਮੋਲ ਬਿਆਨ ਆਇਆ ਹੈਗਾ, ਮੈਨੂੰ ਲੱਗਦਾ ਹਜੇ ਬਾਦਲਾਂ ਵੱਲੋਂ ਹਰੀ ਝੰਡੀ ਨਹੀਂ ਮਿਲੀ ਹੋਣੀ, ਤਾਂ ਕਰਕੇ ਉਹਨਾਂ ਨੇ ਪੂਰਾ ਖੁੱਲ੍ਹ ਕੇ ਬਿਆਨ ਨਹੀਂ ਕੀਤਾ ਜੀ। ਮਿਲ ਗਈ ਜੀ, ਮਿਲ ਗਈ। ਕੱਲ ਸੁਖਬੀਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਤਾਂ ਹੀ ਜਥੇਦਾਰ ਸਾਹਿਬ ਨੇ ਅੱਜ ਬਿਆਨ ਦੇ ਦਿੱਤਾ ਵੀ ਇਹ ਵੀ ਆਪਣੇ ਹਾਸੋਹੀਣੀ ਕਰਾਉਣ ਡਿਆ। ਦੇਖੋ ਅਕਾਲ ਤਖਤ ਦਾ ਜਥੇਦਾਰ ਆ, ਉਹਨਾਂ ਨੂੰ ਵੀ ਥੋੜਾ ਜਿਹਾ ਹੈ ਤਾਂ ਪੜ੍ਹੇ ਲਿਖੇ ਆ ਬਹੁਤ ਜ਼ਿਆਦਾ, ਤੇ ਸਤਿਕਾਰਯੋਗ ਹੈ ਸਾਰਿਆਂ ਦੇ, ਪਰ ਜਦੋਂ ਬਿਆਨ ਦਿੰਦੇ ਆ ਤਾਂ ਸਾਰੀ ਦੁਨੀਆ ਦੀ ਨਜ਼ਰ ਉੱਤੇ ਹੁੰਦੀ ਵੀ ਕੀ ਕਹਿਣਾ ਚਾਹੁੰਦੇ ਆ। ਹੁਣ ਗੱਲ ਇੱਥੇ ਇਹ ਆਉਂਦੀ ਆ ਵੀ ਸੰਘਰਸ਼ ਦੀ ਗੱਲ ਉਹਨਾਂ ਨੇ ਕੀਤੀ ਹੈ ਵੀ ਜਦੋਂ ਕੋਈ ਸਿੱਖ ਸੰਘਰਸ਼ ਦਾ, ਸਿੱਖਾਂ ਦੀ ਹਮਾਇਤ ਵਿੱਚ ਸੰਘਰਸ਼ ਕਰਦਾ, ਤੇ ਉਹਦਾ ਜਿਹੜਾ ਡਾਇਰੈਕਟ ਜਾਂ ਇਨਡਾਇਰੈਕਟਲੀ ਉਹਦਾ ਸਮਰਥਨ ਕਰਨਾ ਚਾਹੀਦਾ, ਉਹਦੀ ਹਮਾਇਤ ਕਰਨੀ ਚਾਹੀਦੀ ਹੈ, ਕੋਈ ਇਹ 'ਚ ਕੋਈ ਸ਼ੱਕ ਨਹੀਂ, ਕਰਨੀ ਵੀ ਚਾਹੀਦੀ ਆ। ਪਰ ਮਸਲਾ ਸਾਹਿਬ ਨੂੰ ਸਵਾਲ ਲੋਕੀ ਇਹ ਕਰ ਰਹੇ ਆ ਕਿ ਗੁਰੂ ਗ੍ਰੰਥ ਸਾਹਿਬ ਥਾਣੇ ਵਿੱਚ ਲਿਜਾਣਾ ਸਹੀ ਸੀ ਜਾਂ ਗਲਤ। ਇਸ ਗੱਲ ਦਾ ਨਿਚੋੜ ਜਥੇਦਾਰ ਸਾਹਿਬ ਨੇ ਹਜੇ ਤੱਕ ਨਹੀਂ ਕੱਢਿਆ। ਇਹ ਵੱਖਰੀ ਗੱਲ ਆ ਕਿ 15 ਮਿੰਟ ਦੀ ਜਿਹੜੀ ਖੇਡ ਆ, ਉਹਦੇ ਲਈ 15 ਦਿਨ ਵਾਸਤੇ ਇੱਕ ਕਮੇਟੀ ਬਣਾਤੀ ਆ ਜੀ, 15 ਦਿਨ ਤੇ ਉਹ ਰਿਪੋਰਟ ਦਊਗੀ ਸਾਨੂੰ, ਫਿਰ ਉਹਦੇ ਲਈ ਪੜਚੋਲ ਕਰਾਂਗੇ ਤੇ ਫਿਰ ਇਹ ਗੱਲਬਾਤ ਚੱਲੂਗੀ ਆ। ਹੁਣ ਉਹ ਆਪਣੇ ਤਰੀਕੇ ਨਾਲ ਕੰਮ ਕਰ ਰਹੇ। ਹੁਣ ਲੋਕ ਤਾਂ ਇਹ ਕਹਿਣਗੇ ਵੀ ਦੇਖੋ ਜੀ ਗੱਲ ਤਾਂ 15 ਮਿੰਟ ਦੀ ਹੈ ਜਾਂ 15 ਸੈਕਿੰਡ ਦੀ ਜਾਂ 15 ਘੰਟੇ ਲਾ ਲਓ ਬੜੀ ਹੱਦ, ਆਪਾਂ 15 ਦਿਨ ਲੈ ਲਏ ਤੇ 15 ਦਿਨ ਦੇ ਵਿੱਚ ਸਾਨੂੰ ਰਿਪੋਰਟ ਦਊਗੀ। ਸੋ ਜਥੇਦਾਰ ਸਾਹਿਬ ਤੇ ਵੀ ਕਈ ਤਰ੍ਹਾਂ ਦੇ ਇਹਨੂੰ ਲੈ ਕੇ ਸਵਾਲੀਆ ਚਿੰਨ੍ਹ ਉੱਠ ਰਹੇ ਆ, ਲੋਕ ਵਾਰ-ਵਾਰ ਪੁੱਛ ਰਹੇ ਆ ਕਿ ਹੁਣ ਢੱਡੀਆਂ ਵਾਲਿਆਂ ਨੇ ਤਾਂ ਸਿੱਧਾ ਕਹਿਤਾ ਸੀਗਾ ਵੀ ਜਥੇਦਾਰ ਸਾਹਿਬ ਚੁੱਪ ਕਿਉਂ ਆ, ਉਹ ਕਿਉਂ ਨਹੀਂ ਬੋਲਦੇ। ਸਾਡੇ ਵਰਗੇ ਜੇ ਮਾੜੀ ਜਿਹੀ ਕੁਤਾਹੀ ਕਰ ਦੇਣ ਤਾਂ ਜਥੇਦਾਰ ਸਾਹਿਬ ਬੱਬਾ ਭਰ ਹੋ ਜਾਂਦੇ ਆ। ਅੱਜ ਉਹ 2 ਦਿਨ ਲੰਘ ਗਏ, ਉਹਨਾਂ ਨੇ ਕੁਝ ਨਹੀਂ ਕਿਹਾ ਵੀ ਉੱਥੇ ਜਿਹੜਾ ਗੁਰੂ ਸਾਹਿਬ ਲੈ ਕੇ ਗਏ ਉਹਦੇ ਬਾਰੇ ਕੁਝ ਜਥੇਦਾਰ ਸਾਹਿਬ ਨੂੰ ਬੋਲਣਾ ਚਾਹੀਦਾ ਸੀ, ਉਹ ਨਹੀਂ ਬੋਲੇ। ਕਮੇਟੀ ਬਣਾਤੀ, ਹੁਣ 15 ਦਿਨ ਬਾਅਦ ਕੀ ਨਿਕਲਦਾ ਦੇਖੋ। ਜੀ ਗੱਲ ਕਰੀਏ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸੀਐਮ ਸਾਹਿਬ ਪੰਜਾਬ ਦੇ, ਉਹਨਾਂ ਦਾ ਆਪਸ ਵਿੱਚ ਹੀ ਜਿਹੜਾ ਹੈਗਾ ਟਕਰਾਅ ਜਿਹੜਾ ਹੈਗਾ ਉਹ ਵੀ ਜਿਹੜਾ ਵਾਧਾ ਨਜ਼ਰ ਆ ਰਿਹਾ ਹੈਗਾ। ਕੀ ਉਹਨਾਂ ਨੂੰ ਕੋਈ ਇਹ ਅਪਡੇਟ ਆ ਜੋ ਕਿ ਇੱਕ ਸੀਐਮ ਸਾਹਿਬ ਨੂੰ ਰਾਜਪਾਲ ਨੂੰ ਸੌਂਪਣੀ ਪੈਂਦੀ ਹੈਗੀ, ਰਿਪੋਰਟ ਦੱਸਣਾ ਪੈਂਦਾ ਹੈਗਾ ਭਾਈ ਮੇਰਾ ਰਾਜਪਾਲ ਕਿੱਦਾਂ ਚੱਲਦਾ ਹੈਗਾ, ਕੀ ਇਹ ਕੋਈ ਅਪਡੇਟ ਨਹੀਂ ਕਰ ਰਹੇ ਹੈਗੇ? ਬਿਲਕੁਲ ਜੀ, ਉਹਨਾਂ ਨੇ ਕੁਛ ਇੱਕ ਸਵਾਲ ਪੁੱਛੇ ਸੀਗੇ ਤੇ ਕੁਛ ਇੱਕ ਨਿਯੁਕਤੀਆਂ ਤੇ ਵੀ ਸਵਾਲ ਉਠਾਏ ਸੀਗੇ, ਉਹਨਾਂ ਦੇ ਬਾਰੇ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਤੇ ਫਿਰ ਉਹ ਕਹਿੰਦੇ ਮੀਡੀਆ 'ਚ ਆ ਗਿਆ, ਤੇ ਇਹਨਾਂ ਦਾ ਜਿਹੜਾ ਜਵਾਬ ਸੀ ਉਹਨਾਂ ਨੂੰ ਉਹ ਵੀ ਕੁਛ ਇਸ ਤਰੀਕੇ ਨਾਲ ਸੀ ਜਿਹਨੂੰ ਕਿ ਦੁਬਾਰਾ ਚਿੱਠੀ ਲਿਖ ਕੇ ਰਾਜਪਾਲ ਨੇ ਕਹਿਤਾ ਵੀ ਤੁਹਾਡਾ ਜਿਹੜਾ ਜਵਾਬ ਆ ਉਹ ਗੈਰ ਸੰਵਿਧਾਨਕ ਆ ਔਰ ਬਹੁਤ ਜ਼ਿਆਦਾ ਅਪਮਾਨਜਨਕ ਆ। ਸੋ ਹੁਣ ਉਹ ਜਿਹੜੇ 5 ਸਵਾਲ ਜਿਹੜੇ ਤੁਹਾਨੂੰ ਕੀਤੇ ਸੀਗੇ ਉਹ ਤਾਂ ਇੱਕ ਸੈਪਟਰ ਵੱਖਰੇ ਰਹਿ ਗਏ। ਜਿਹੜੇ ਤੁਸੀਂ ਆ ਇੱਕ ਟਵੀਟ ਤੇ ਇੱਕ ਲੈਟਰ ਭੇਜਿਆ ਜਿਹਦੇ 'ਚ ਇੱਕ ਅਪਮਾਨਜਨਕ ਭਾਸ਼ਾ ਵਰਤੀ ਆ, ਅਪਮਾਨਜਨਕ ਗੱਲ ਕੀਤੀ ਆ, ਤੇ ਦੂਸਰੀ ਜਿਹੜੀ ਆ ਤੁਹਾਡੀ ਗੈਰ ਸੰਵਿਧਾਨਕ ਗੱਲ ਆ। ਇਹਨਾਂ 2 ਮੁੱਦਿਆਂ ਦੇ ਉੱਤੇ ਮੈਂ ਕਾਨੂੰਨੀ ਰਾਏ ਲਵਾਂਗਾ। ਮਸਲਾ ਉਦੋਂ ਹੋਰ ਗੰਭੀਰ ਤਾਂ ਬਣਦਾ ਹੈ ਕਿਉਂਕਿ ਪੰਜਾਬ ਕੈਬਨਿਟ ਨੇ ਫੈਸਲਾ ਕਰਕੇ ਵਿਧਾਨ ਸਭਾ ਦਾ ਬਜਟ ਇਜਲਾਸ ਜੋ ਨੇੜ ਭਵਿੱਖ 'ਚ ਮਾਰਚ ਵਿੱਚ ਹੀ ਬੁਲਾਉਣਾ ਹੁੰਦਾ ਹੈ, ਉਹ ਬੁਲਾਉਣ ਵਾਸਤੇ ਮਨਜ਼ੂਰੀ ਲਈ ਭੇਜਿਆ ਸੀਗਾ ਮਤਾ ਰਾਜਪਾਲ ਨੂੰ। ਰਾਜਪਾਲ ਦਾ ਜਵਾਬ ਇਹ ਆਇਆ ਵੀ ਪਹਿਲਾਂ ਤੁਹਾਡੇ ਆ 2 ਜਿਹੜੇ ਕੰਮ ਤੁਸੀਂ ਕੀਤੇ ਇਹਨਾਂ ਤੇ ਮੈਂ ਕਾਨੂੰਨੀ ਰਾਏ ਲਵਾਂਗਾ, ਫਿਰ ਮੈਂ ਦੇਖਾਂਗਾ ਕਿ ਤੁਹਾਨੂੰ ਬਜਟ ਇਜਲਾਸ ਦੀ ਪ੍ਰਵਾਨਗੀ ਦੇਣੀ ਆ ਜਾਂ ਨਹੀਂ ਦੇਣੀ ਆ। ਇੱਥੇ ਆ ਕੇ ਅੜਿੱਕਾ ਫਸ ਗਿਆ, ਇਹਨਾਂ ਦਾ ਟਕਰਾਅ ਵੱਧ ਗਿਆ, ਘਟਨਾ ਨਹੀਂ। ਕਿਉਂਕਿ ਦੇਖੋ ਅੜੀ ਰਾਜਪਾਲ ਸਾਹਿਬ ਤਾਂ ਸਵਾਲ ਕਰਕੇ ਅੜੀ ਕਰ ਰਹੇ ਆ, ਤੇ ਇਧਰ ਸੀਐਮ ਸਾਹਿਬ ਜਵਾਬ ਦੇਣ ਤੋਂ ਬਿਨਾਂ ਹੀ ਅੜੀ ਕਰ ਰਹੇ ਵੀ ਮੈਂ ਨਹੀਂ ਜਵਾਬ ਦਿੰਦਾ, ਮੈਂ ਜਵਾਬਦੇਹੀ ਜਿਹੜੀ ਆ ਉਹ 3 ਕਰੋੜ ਲੋਕਾਂ ਨੂੰ ਆ। ਹੁਣ ਸੀਐਮ ਸਾਹਿਬ 2 ਦਿਨ ਬਾਅਦ ਅਜਨਾਲੇ ਘਟਨਾ ਬਾਰੇ ਬੋਲੇ ਆ ਕਿ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਦੀ ਆੜ 'ਚ ਜੋ ਇਹ ਕੰਮ ਕਰਦਾ ਉਹ ਵਾਰਸ ਨਹੀਂ ਹੋ ਸਕਦਾ, ਅਸਲੀ ਵਾਰਸ ਉਹ ਨਹੀਂ ਹੋ ਸਕਦੇ। ਤੇ ਇਹ ਚੀਜ਼ਾਂ ਵੀ ਜਦੋਂ ਸਵਾਲ ਪੁੱਛਦੀਆਂ ਤਾਂ 3 ਕਰੋੜ ਪੰਜਾਬੀ ਮੁੱਖ ਮੰਤਰੀ ਸਾਹਿਬ ਤੋਂ ਪੁੱਛਣਗੇ ਵੀ ਆਹ ਜਿਹੜਾ ਕੁਝ ਹੋਇਆ ਇਹ ਕਿਉਂ ਹੋਇਆ, ਕਿਹਨੇ ਹੋਣ ਦਿੱਤਾ, ਕੌਣ ਸੀ ਇਹਦੇ ਪਿੱਛੇ, ਇਹਦੇ ਬਾਰੇ ਵੀ ਸੀਐਮ ਸਾਹਿਬ ਨੂੰ ਜਵਾਬ ਦੇਣਾ ਪਊਗਾ। ਪਰ ਉਹ ਰਾਜਪਾਲ ਸਾਹਿਬ ਨੂੰ ਜਵਾਬ ਦੇ ਰਹੇ ਆ ਤੇ ਮੈਂ ਤੁਹਾਨੂੰ ਜਵਾਬ ਦੇ ਨਹੀਂ ਹੈਗਾ, ਮੈਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ
ਮੈਂ ਉਹਨਾਂ ਨੂੰ ਜਵਾਬ ਦੇਵਾਂਗਾ। ਨਾਲ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਡੀ ਜਿਹੜੀ ਰਾਜਪਾਲ ਦੀ ਨਿਯੁਕਤੀ ਹੁੰਦੀ ਆ ਉਹ ਕਿਸ ਯੋਗਤਾ ਦੇ ਆਧਾਰ ਤੇ ਹੁੰਦੀ ਆ, ਇਹ ਪੰਜਾਬੀ ਪੁੱਛਦੇ ਆ। ਉਹਨੂੰ ਲੈ ਕੇ ਰਾਜਪਾਲ ਦੀ ਜਿਹੜੀ ਤਲਖੀ ਵੱਧ ਗਈ, ਟਕਰਾਅ ਵੱਧ ਗਿਆ। ਹੁਣ ਸੋਚੋ ਜੇ ਕੋਈ ਇਹੋ ਜਿਹੀ ਗੱਲ ਹੋਵੇ, ਜੇ ਵਿਧਾਨ ਸਭਾ ਦਾ ਬਜਟ ਇਜਲਾਸ ਦੀ ਪ੍ਰਵਾਨਗੀ ਨਾ ਦੇਣ ਰਾਜਪਾਲ ਸਾਹਿਬ, ਤਾਂ ਫਿਰ ਬਜਟ ਪਾਸ ਕਿਵੇਂ ਹੋਊਗਾ? ਤਨਖਾਹਾਂ ਹੀ ਨਹੀਂ ਮਿਲਣੀਆਂ ਮੁਲਾਜ਼ਮਾਂ ਨੂੰ, ਖਰਚਾ ਹੀ ਨਹੀਂ ਪੰਜਾਬ ਦਾ ਚੱਲਣਾ। ਇਹ ਸਾਰਾ ਕੁਝ ਸੋਚਣਾ ਪੈਣਾ ਇਹਨਾਂ ਨੂੰ, ਸਰਕਾਰ ਨੂੰ, ਕਿਉਂਕਿ ਮੁੱਖ ਮੰਤਰੀ ਤੇ ਰਾਜਪਾਲ ਦੇ ਵਿੱਚ ਤਾਲਮੇਲ ਬਹੁਤ ਜ਼ਰੂਰੀ ਹੁੰਦਾ ਸਰਕਾਰ ਸੂਬੇ ਦੀ ਬਿਹਤਰੀ ਵਾਸਤੇ। ਹਾਂ ਜੀ, ਗੱਲ ਕਰੀਏ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਸੀਗਾ ਨਿਵੇਸ਼ ਸੰਮੇਲਨ ਚੱਲਿਆ, ਕਾਫੀ ਜ਼ਿਆਦਾ ਕਰੋੜਾਂ ਦੇ ਵਿੱਚ ਉੱਥੇ ਵੀ ਜਿਹੜੇ ਪੈਸੇ ਖਰਚੇ ਗਏ ਹੋਣਗੇ, ਬਟ ਉਹਦਾ ਰਿਜ਼ਲਟ ਕੀ ਆਇਆ? ਕੁਛ ਜਿਹੜੇ ਨਿਵੇਸ਼ਕਾਰ ਸੀ, ਇਨਵੈਸਟਰ ਸੀ, ਪੰਜਾਬ ਦੇ ਵਿੱਚ ਪੈਸੇ ਖਰਚਣ ਨੂੰ ਤਿਆਰ ਨੇ, ਜਾਂ ਕਿ ਹਜੇ ਸਟਿਲ ਆਵਾਜ਼ ਕਰਦੇ ਨੇ ਵੀ ਪੰਜਾਬ ਦੇ ਹਾਲਾਤ ਦੇਖਦੇ ਨੇ ਵੀ ਕਿੱਧਰ ਨੂੰ ਜਾ ਰਹੇ ਨੇ? ਦੇਖੋ ਜੀ, ਜਿਹੜਾ ਵੀ ਕੋਈ ਨਿਵੇਸ਼ ਕਰੂਗਾ ਉਹਨੂੰ ਸਭ ਤੋਂ ਪਹਿਲਾਂ ਤਾਂ ਸੁਰੱਖਿਆ ਉਹਦੀ ਉਹ ਜ਼ਰੂਰੀ ਯਕੀਨੀ ਬਣਾਊਗਾ ਕਿ ਮੈਂ ਸੁਰੱਖਿਅਤ ਹੈਗਾ ਕਿ ਨਹੀਂ, ਮੇਰਾ ਪੈਸਾ ਸੁਰੱਖਿਅਤ ਹੈਗਾ ਕਿ ਨਹੀਂ, ਉਹ ਸਾਰਾ ਕੁਝ ਦੇਖੂਗਾ। ਪਰ ਇਹਨਾਂ ਦੇ ਦੌਰਾਨ ਹੀ ਅਜਨਾਲਾ ਘਟਨਾ ਹੋ ਜਾਂਦੀ ਆ, ਤੇ ਇਸ ਤੋਂ ਪਹਿਲਾਂ ਜੋ ਕੁਝ ਪੰਜਾਬ ਵਿੱਚ ਹੋ ਰਿਹਾ ਉਹ ਦਿਸਦਾ ਆ। ਇਹ 'ਚ ਕੋਈ ਸ਼ੱਕ ਨਹੀਂ ਵੀ ਮੁੱਖ ਮੰਤਰੀ ਨੇ ਜ਼ੋਰ ਪੂਰਾ ਲਾਇਆ ਨਿਵੇਸ਼ਕਾਂ ਨੂੰ, ਉਦਯੋਗਪਤੀਆਂ ਨੂੰ, ਵੱਡੇ ਵੱਡੇ ਇੰਡਸਟਰੀਅਲਿਸਟ ਨੂੰ ਬੁਲਾਉਣ ਲਈ। ਬੰਬੇ ਗਏ, ਤੇਲੰਗਾਨਾ ਗਏ, ਕਾਫੀ ਥਾਵਾਂ ਤੇ ਘੁੰਮ ਕੇ ਆਏ। ਉਹਨਾਂ ਨੂੰ ਉਹ ਕਹਿੰਦੇ ਵੀ ਆਓ, ਤੇ ਮੈਂ ਉਹਨਾਂ ਦਰ ਜਾ ਕੇ ਬੁਲਾ ਕੇ ਆਇਆ, ਤੇ ਉਹਨਾਂ ਵਿੱਚ ਆਏ ਵੀ ਆ। ਉਹਦੇ ਚੱਲਿਆ ਸੰਮੇਲਨ ਤੋਂ ਬਾਅਦ ਜਿਹੜਾ ਕੰਕਲੂਜਨ ਆਪਾਂ ਕਹੀਏ ਤਾਂ ਕਿਸੇ ਨੇ ਵੀ 1 ਰੁਪਈਏ ਦਾ ਨਿਵੇਸ਼ ਨਹੀਂ ਕੀਤਾ। ਇਸ ਗੱਲ ਦੀ ਜਿਹੜੀ ਆ ਨਾ, ਉਹ ਮੰਤਰੀ ਸਾਹਿਬ ਖੁਦ ਹੀ ਕਹਿ ਗਏ ਸੀ ਕਿ ਮੈਂ ਜਿਹੜਾ MOU ਹੁੰਦਾ ਨਾ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਉਹਦੇ ਹੁਣ ਰੱਖਦਾ, ਉਹ ਆਊਟਡੇਟਿਡ ਹੋ ਗਿਆ, ਉਹ ਬੀਤੇ ਦੀ ਗੱਲ ਹੋ ਗਈ ਆ। ਮੈਂ ਹੁਣ ਮੈਮੋਰੈਂਡਮ ਆਫ ਦਿਲ ਸੇ, ਮਤਲਬ ਦਿਲ ਮਿਲਣੇ ਚਾਹੀਦੇ ਆ। ਤਾਂ ਸਨਅਤਕਾਰ ਵੀ ਵਿਚਾਰੇ ਚੰਗੇ ਹੋਣੇ, ਉਹ ਕਹਿੰਦੇ ਹੋਣੇ ਵੀ ਦਿਲ ਮਿਲ ਗਿਆ, ਸਾਨੂੰ ਕੀ ਲੋੜ ਪੈਸੇ ਲਾਉਣ ਦੀ ਜੀ। ਦਿਲ ਮਿਲਣ ਦੀ ਗੱਲ, ਚਾਹ ਪੀ ਲਈ, ਆ ਕੇ ਬਿਸਕੁਟ ਰੱਖੇ ਹੋਣੇ, ਉਹ ਖਾ ਲਏ, ਨਾਲ ਕੁਛ ਸਨੈਕਸ ਖਾ ਲਈਆਂ, ਆਓ ਭਗਤ ਚੰਗੀ ਕਰ ਲਈ। ਪੰਜਾਬੀ ਤਾਂ ਅੱਗੇ ਆਓ ਭਗਤ ਭਾਵ ਕਰਦੇ ਆ, ਤਾਂ ਸਨਅਤਕਾਰ ਇੰਨੇ 'ਚ ਖੁਸ਼ ਆ, ਉਹ ਕਹਿੰਦੇ ਸਾਨੂੰ ਪੈਸੇ ਲਾਉਣ ਦੀ ਲੋੜ ਹੀ ਨਹੀਂ। ਜਦ ਕਿ MOU ਇੱਕ ਬੇਸਿਕ ਜ਼ਰੂਰਤ ਆ, ਬੇਸਿਕ ਲਾਜ਼ਮੀ ਤੌਰ ਤੇ ਇੱਕ ਚਾਹੀਦਾ ਆ, ਜਿਹੜਾ ਕਿ ਕਿਸੇ ਨਿਵੇਸ਼ਕ ਨੂੰ ਇਹ ਬਾਉਂਡ ਕਰੇ ਕਿ ਹਾਂ ਵੀ ਤੁਸੀਂ ਆ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤੇ ਦਸਤਖਤ ਕੀਤੇ ਆ, ਤੁਸੀਂ ਇਹਨੇ ਨਿਵੇਸ਼ ਦੀ ਗੱਲ ਕੀਤੀ ਆ, ਉਹਦੇ ਤੇ ਉਹਨਾਂ ਨੂੰ ਸੂ ਵੀ ਕਰ ਸਕਦੇ ਆ, ਮੁਕੱਦਮਾ ਵੀ ਕਰ ਸਕਦੇ ਆ ਵੀ ਤੁਸੀਂ ਆਹ ਗੱਲ ਕੀਤੀ ਸੀ, ਆਹ ਦੇਖੋ ਰਿਟਨ ਹੈਗਾ। ਜੇ ਸਾਡੇ ਕੋਲ ਰਿਟਨ ਨਹੀਂ ਹੋਊਗਾ, ਕੁਛ ਅਗਲੇ ਕਹਿ ਕੇ ਭਰੋਸਾ ਦੇ ਗਏ ਜੀ ਅਸੀਂ ਆਹ ਵੀ ਕਰਾਂਗੇ, ਅਸੀਂ ਪਾਰਕ ਵੀ ਲਾਵਾਂਗੇ, ਅਸੀਂ ਐਗਰੀਕਲਚਰ 'ਚ ਵੀ ਪੈਸੇ ਲਾਵਾਂਗੇ, ਕਿੰਨੇ ਲਾਵਾਂਗੇ, ਕੋਈ ਕਿਸੇ ਨੇ ਕੋਈ ਪੁਖਤਾ ਤੌਰ ਤੇ ਲਿਖਤੀ ਕੁਛ ਨਹੀਂ ਦਿੱਤਾ। ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਵੀ ਸਾਨੂੰ ਬਹੁਤ ਵੱਡਾ ਭਰੋਸਾ ਮਿਲਿਆ ਨਿਵੇਸ਼ ਦਾ। ਕਦੋਂ ਹੋਊਗਾ ਇਹ ਵੱਖਰੀ ਗੱਲ ਆ, ਪਰ ਜਿਹੜੀ ਇਹ ਲੋਕਾਂ ਦੇ ਵਿੱਚ ਨਿਰਾਸ਼ਾ ਜ਼ਰੂਰ ਹੋਈ ਆ ਵੀ ਜਦੋਂ 2 ਦਿਨ ਦਾ ਸੰਮੇਲਨ, ਆਖਰ ਕਰੋੜਾਂ ਰੁਪਏ ਲਾਏ ਹੋਣਗੇ ਉਹ ਸੰਮੇਲਨ ਕਰਾਉਣ 'ਚ, ਤੇ ਜੇ ਉਹਦੇ ਵਿੱਚ ਪੰਜਾਬ ਲਈ ਕੋਈ ਨਿਵੇਸ਼ ਆਇਆ ਹੀ ਨਹੀਂ, ਤੇ ਇਹੋ ਜਿਹੇ ਸੰਮੇਲਨ ਕਰਾਉਣ ਦੀ ਲੋੜ ਕੀ? ਜੀ, ਆਪਾਂ ਗੱਲ ਕਰੀਏ ਆਪ ਪਾਰਟੀ ਦਾ ਵਿਧਾਇਕ ਅਮਿਤ ਰਤਨ ਸੀਗਾ ਗ੍ਰਿਫਤਾਰ, ਉਹਦਾ ਜਿਹੜਾ ਰਿਮਾਂਡ ਸੀਗਾ 27 ਤਰੀਕ ਤੱਕ ਜਿਹੜਾ ਵਧਾਇਆ ਗਿਆ, ਤੇ ਆਪ ਪਾਰਟੀ ਦਾ ਕੀ ਰਿਐਕਸ਼ਨ ਹੈਗਾ? ਕੀ ਉਹਨਾਂ ਦੀ ਸਪੋਰਟ ਕਰ ਰਹੀ ਆ? ਬਟ ਉਹ ਕਹਿ ਰਹੇ ਨੇ ਹਜੇ ਵੀ ਅਮਿਤ ਰਤਨ ਜੀ ਜੋ ਕਿ ਆਪ ਪਾਰਟੀ ਦਾ ਇੱਕ ਰਤਨ ਨੇ, ਤੇ ਵੀ ਮੈਂ ਤਾਂ ਪਾਰਟੀ ਵਾਸਤੇ, ਪਾਰਟੀ ਦੇ ਹਿੱਤਾਂ ਵਾਸਤੇ ਜਿਹੜਾ ਹੈਗਾ ਆਪਣੀ ਜਾਨ ਦੇਣ ਨੂੰ ਵੀ ਤਿਆਰ ਹਾਂ, ਉਹਨਾਂ ਵਾਸਤੇ ਪੂਰਾ ਸਟੈਂਡ ਲਿਆ ਹੋਇਆ ਮੇਰਾ। ਨਹੀਂ ਦੇਖੋ, ਇਹਨਾਂ ਦਾ ਤਾਂ ਇੱਕੋ ਰਿਐਕਸ਼ਨ ਹੈ ਕਿ ਕਰਪਸ਼ਨ ਪ੍ਰਤੀ ਸਾਡੀ 0 ਟੋਲਰੈਂਸ ਆ। ਅਸੀਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ। ਠੀਕ ਹੈ, ਨਾ ਕਰੋ, ਪਰ ਬੰਦਾ ਤਾਂ ਦੇਖੋ ਨਾ ਕਿਹਦਾ ਫੜਿਆ, ਬੰਦਾ ਕਿਸੇ ਹੋਰ ਪਾਰਟੀ ਦਾ ਤਾਂ ਫੜਿਆ, ਬੰਦਾ ਤਾਂ ਤੁਹਾਡੀ ਆਪਣੀ ਪਾਰਟੀ ਦਾ ਆ, ਤੇ ਉਹਨੂੰ ਤੁਸੀਂ ਕਹੀ ਜਾਂਦੇ ਕਿ 0 ਟੋਲਰੈਂਸ ਤੇ ਕਰਪਸ਼ਨ ਨਹੀਂ ਕਰਾਂਗੇ। ਸਵਾਲ ਇੱਥੇ ਇਹ ਪੈਦਾ ਹੁੰਦਾ ਵੀ ਤੁਸੀਂ ਸਾਲ ਹੋ ਗਿਆ ਸਰਕਾਰ ਬਣੀ, ਗੱਲ ਇਹ ਵਿਰੋਧੀਆਂ ਨੇ ਡਰਨਾ ਸੀਗਾ ਕਿ ਲੈ ਵੀ ਹੁਣ ਜੇ ਅਸੀਂ ਕਰਪਸ਼ਨ ਕੀਤੀ ਤਾਂ ਮਾਰੇ ਜਾਵਾਂਗੇ, ਜੇ ਅਸੀਂ ਕੋਈ ਰਿਸ਼ਵਤ ਲਈ ਤਾਂ ਮਾਰੇ ਜਾਵਾਂਗੇ, ਤੇ ਉਹਨਾਂ ਨੇ ਤਾਂ ਡਰ ਤਾਂ ਇੱਕ ਪਾਸੇ ਰਿਹਾ, ਤੁਹਾਡਾ ਆਪ ਦੇ MLA ਨਹੀਂ ਡਰਿਆ। ਤੇ ਫਿਰ ਆਪਾਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਆਏ ਆ ਵੀ ਕਰਪਸ਼ਨ ਨਹੀਂ ਹੋਣ ਦੇਣੀ ਜੀ, ਅਸੀਂ ਰਿਸ਼ਵਤਖੋਰੀ ਬੰਦ ਕਰ ਦੇਣੀ ਜੀ। ਉਹ ਦਾਅਵਿਆਂ ਦੀ ਫੂਕ ਤਾਂ ਉਹਨਾਂ ਦੇ ਆਪਣੇ MLA ਨੇ ਕੱਢ ਦਿੱਤੀ ਆ। ਖੈਰ ਚਲੋ ਲੇਟ ਫੜਿਆ ਹਫ਼ਤਾ, ਪਰ ਹੁਣ ਵਿਰੋਧੀ ਤਾਂ ਸਵਾਲ ਉਠਾ ਰਿਹਾ ਵੀ ਇਹਨਾਂ ਦੀ ਹਫ਼ਤਾ ਭਰ ਜਿਹੜੀ ਆ ਉਹ ਵਿਜੀਲੈਂਸ ਨਾਲ ਸਰਕਾਰ ਨਾਲ ਕੀ ਸੈਟਿੰਗ ਹੁੰਦੀ ਰਹੀ ਆ। ਖੈਰ ਉਹ IPS ਦਾ ਇੱਕ ਹਸਬੈਂਡ ਆ, ਇਹਦੀ ਵਾਈਫ IPS ਆ, ਜਿਹੜੀ ਕਿ ਨਾਗਾਲੈਂਡਸ ਵਾਲੇ ਸਾਈਡ 'ਚ ਕਿਤੇ ਵੱਡੀ ਪੁਲਿਸ ਅਫਸਰ ਲੱਗੀ ਹੋਈ ਆ, ਤੇ ਉਹਦਾ ਇਹ ਪਤੀ ਆ ਅਮਿਤ ਰਤਨ। ਫੜਦਿਆਂ ਹਫ਼ਤਾ ਲਾਤਾ। ਫਿਰ ਵੀ ਉਹ ਜਦੋਂ ਪੇਸ਼ੀ ਵੇਲੇ ਕਹਿੰਦਾ ਸੀ ਮੈਂ ਆਮ ਆਦਮੀ ਪਾਰਟੀ ਦਾ ਵਫਾਦਾਰ ਸਿਪਾਹੀ ਆ, ਮੈਨੂੰ ਫਸਾਇਆ ਗਿਆ ਹੈ। ਹੁਣ ਜੇ ਕੋਈ ਵੀਡੀਓ ਸਾਹਮਣੇ ਆ, ਆਡੀਓ ਗੱਲਾਂ ਸਾਹਮਣੇ ਆ, ਫਿਰ ਵੀ ਆਪਾਂ ਰਟਾਇਆ ਬਿਆਨ ਸਿਆਸਤ ਵਾਲਾ ਜੋ ਪਿੱਛੇ 70 ਸਾਲ ਤੇ ਕਰਦੀਆਂ ਆਈਆਂ ਉਹੀ ਇਹ ਕਰਦੇ ਆ, ਤਾਂ ਫਿਰ ਤਾਂ ਗੱਲ ਮਾੜੀ ਆ ਨਾ। ਬਾਕੀ ਹੁਣ ਦੇਖੋ ਇਹਨਾਂ ਦੀ 0 ਟੋਲਰੈਂਸ ਕਿੱਥੋਂ ਤੱਕ ਚੱਲਦੀ ਆ,
ਚਾਹੀਦਾ ਵੀ ਆ ਵੀ ਇਹ ਖਤਮ ਹੋਣਾ ਚਾਹੀਦਾ। ਪਰ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ 2014 ਦਾ ਕਹਿ ਰਹੇ ਆ ਵੀ ਮੈਂ ਕਰਪਸ਼ਨ ਫ੍ਰੀ ਭਾਰਤ ਬਣਾਉਣਾ, ਉਹ ਹਜੇ ਤੱਕ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ ਤੇ ਇਹਨਾਂ ਨੂੰ ਤਾਂ ਅਜੇ ਹੋਏ 11 ਮਹੀਨੇ। ਪਰ ਗਿੱਲ ਸਾਹਿਬ, ਕਰੋੜਾਂ ਰੁਪਏ ਇਲੈਕਸ਼ਨਾਂ ਦੇ ਉੱਤੇ ਲੱਗਦੇ ਨੇ, ਆਪਾਂ ਨੂੰ ਸਭ ਨੂੰ ਪਤਾ, ਕਿਤੇ ਪਿੰਡ ਦੀ ਸਰਪੰਚੀ ਦੀ ਚੋਣ ਲੜਨੀ ਪੈ ਜਾਵੇ ਕਿ ਨਾ ਜ਼ਮੀਨਾਂ ਵਿਕ ਜਾਂਦੀਆਂ ਨੇ, ਇਹਦਾ ਫਿਰ MLA ਦੀਆਂ ਜਿਹੜੀਆਂ ਇਲੈਕਸ਼ਨਾਂ ਹੈਗੀਆਂ ਨੇ ਕਰੋੜਾਂ ਰੁਪਈਆ ਲੱਗਦਾ ਹੈਗਾ, ਫਿਰ ਪੂਰਾ ਕਿੱਥੋਂ ਕਰਨਾ ਹੈਗਾ? ਗੱਲ ਤਾਂ ਇਹੀ ਆ ਜੀ, ਪਰ ਉਹਦੀ ਸੀਟ ਤੇ ਨਹੀਂ ਜਾਂਦੀ ਜੀ। ਕੋਈ ਨਾ MLA ਬਣਿਆ ਰਹੂਗਾ, ਕਿਉਂਕਿ ਪਹਿਲਾਂ ਵੀ 2 ਮੰਤਰੀ ਇਹਨਾਂ ਦੇ ਜਿਹੜੇ, ਇੱਕ ਵਿਜੇ ਸਿੰਗਲਾ ਤੇ ਇੱਕ ਫੌਜਾ ਸਿੰਘ ਸਰਾਰੀ ਆ, ਉਹਨਾਂ ਦੀ ਜਿਹੜੀ ਸੀਟਾਂ ਚੱਲ ਗਈਆਂ ਉਹ ਇੱਕ ਲਾਂਭੇ ਕਰ ਦਿੱਤੇ। ਇਹ ਤਾਂ ਇਹਨੂੰ ਲਾਂਭੇ ਕਰ ਦੋਗੇ, ਹੌਲੀ ਹੌਲੀ ਇਹਦੀ ਵੀ ਜ਼ਮਾਨਤ ਹੋ ਜਾਣੀ ਆ। ਤੋ ਇਹ ਵੀ ਜਿਹੜੇ ਹੌਲੀ ਹੌਲੀ ਨਾ ਸਿਆਸਤ ਕਰਨੀ ਸਿੱਖ ਗਏ ਆ ਆਮ ਆਦਮੀ ਪਾਰਟੀ ਵਾਲੇ। ਉਹ ਕਹਿੰਦੇ ਵੀ ਜਿੱਦਾਂ ਉਹ ਚਲਾਉਂਦੇ ਸੀ ਚੱਲੀ ਜਾਓ, ਸਾਨੂੰ ਕਿਹੜਾ ਨਵਾਂ ਕਰਕੇ ਕੁਝ ਵੱਡਾ ਝੰਡਾ ਮਿਲ ਜਾਣਾ ਜਾਂ ਕੋਈ ਬਹੁਤ ਜ਼ਿਆਦਾ ਸਾਡੇ ਕੋਈ ਉਹ ਕਲਗੀ ਲੱਗ ਜਾਣੀ ਆ। ਇਸ ਕਰਕੇ ਇਹ ਵੀ ਮੈਨੂੰ ਲੱਗਦਾ ਉਸੇ ਲੀਆਂ ਤੇ ਚੱਲ ਪਏ ਆ। ਤੇ ਲੋਕਾਂ ਨੂੰ ਵੀ ਹੌਲੀ ਹੌਲੀ ਦੇਖੋ, ਹੁਣ ਜਿੱਥੇ ਆ ਸਾਰਾ ਕੁਝ ਦੇਖਦੇ ਆਏ ਆ ਤੇ ਉਹ ਜਾਗਰੂਕ ਤਾਂ ਹੈਗੇ ਸੀ, ਉਹਨਾਂ ਨੂੰ ਹੁਣ ਥੋੜਾ ਜਿਹਾ ਕੰਨ ਹੋਣੇ ਸ਼ੁਰੂ ਹੋ ਗਿਆ ਪਹਿਲਾਂ ਵੀ ਅਸੀਂ ਤਾਂ ਬਦਲਾਅ ਚਾਹੁੰਦੇ ਸੀਗੇ। ਇਹ ਬਦਲਾਅ ਵਾਲੀ ਗੱਲ ਦਿਸੀ ਨਹੀਂ, ਇਹਦਾ ਆਪ ਦਾ ਇਹਨਾਂ ਦਾ ਬਦਲਾਅ ਜ਼ਰੂਰ ਹੋ ਗਿਆ। ਪਰ ਕਹਿੰਦੇ ਨਹੀਂ ਕਿ ਨਾ ਚੱਲਦੇ ਪਾਣੀ 'ਚ ਕਹਿੰਦੇ ਹੱਥ ਧੋ ਲੋ, ਕਿਹੜਾ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਇਹ ਵੀ ਕਹਿੰਦੇ ਹੋਣਗੇ ਕੋਈ ਗੱਲ ਨਹੀਂ, ਜਿੱਥੇ ਅੱਗੇ ਇੰਨੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਇੰਨੇ ਸਾਲਾਂ ਦੇ ਵਿੱਚ ਉਹਨਾਂ ਦੇ ਵੀ ਦੋਸ਼ ਲੱਗਦੇ ਰਹੇ ਨੇ, ਜੇ ਅਸੀਂ ਇੱਕ ਟਰਮ ਦੇ ਵਿੱਚ ਕਰਨਾ ਜੀ ਕੋਈ ਫਰਕ ਨਹੀਂ ਪੈਂਦਾ ਜੀ। ਪਰ ਇਹਦੇ ਨਾਲ ਜਿਹੜੀ ਕੇਂਦਰ ਸਰਕਾਰ ਆ ਪੰਜਾਬ ਦੇ ਉੱਤੇ ਬੜੀ ਤਿੱਖੀ ਤੇ ਨੇੜਿਓਂ ਨਜ਼ਰ ਰੱਖ ਰਹੀ ਆ, ਕੀ ਕਾਰਨ ਆ? ਬਿਲਕੁਲ ਜੀ, ਬਾਰਡਰ ਸਟੇਟ ਆ, ਉਹ ਤੋਂ ਪਹਿਲੇ ਰੌਲਾ ਪਾਉਂਦੀ ਆਈ ਆ ਜੇ ਬਾਰਡਰ ਦੇ ਉੱਤੋਂ BSF ਵਾਲੇ ਦੇਖੋ ਡਰੋਨ ਆ ਰਹੇ ਆ, ਨਸ਼ਾ ਆ ਰਿਹਾ, ਹਥਿਆਰ ਆ ਰਹੇ ਆ। ਇਹ ਪੰਜਾਬ ਵਾਲੇ ਕੀ ਕਰ ਰਹੇ? BSF ਫੜ ਰਹੀ ਆ, ਉਹਨਾਂ BSF ਦੀ ਡੋਂਡੀ ਪਿੱਟਣੀ ਆਪਣੀ ਵੀ ਸਾਡੀ BSF ਫੜ ਰਹੀ ਆ। ਹੁਣ ਜਦੋਂ ਆਹ ਘਟਨਾ ਵਾਪਰਦੀ, ਜਿਹਨੂੰ ਕਿ ਇਹ ਕਹਿੰਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ, ਖੜਗੋਵਾਦ ਵੇਲੇ ਵੀ ਕਦੇ ਨਹੀਂ ਸਿੱਧਾ ਹੋਇਆ, ਕਿਸੇ ਥਾਣੇ ਤੇ ਹਮਲਾ ਹੋਇਆ ਹੋਵੇ, ਕਬਜ਼ਾ ਹੋਇਆ ਹੋਵੇ, ਤੇ ਉਹਦੇ ਲਈ ਤਾਂ ਉਹ ਦੇਖੋ ਮੌਕਾ ਭਾਲਦੀ ਆ। ਕੇਂਦਰ ਤਾਂ ਅੱਗੇ ਆ BJP ਦੀ ਸਰਕਾਰ ਆ, BJP ਜੋ ਚਾਹੇ ਕਰ ਸਕਦੀ ਆ। ਉਹਦੇ ਲਈ ਉਹਨੂੰ ਗਰਾਊਂਡ ਜਿਹੜੀ ਆ ਬਣਾਉਣ ਲਈ ਆਪ ਨੂੰ ਕੋਸ਼ਿਸ਼ ਕਰਨੀ ਨਹੀਂ ਪੈ ਰਹੀ, ਆਪਣੇ ਆਪ ਬਣੀ ਬਣਾਈ ਦੇ ਰਹੇ ਆ। ਤੇ ਉਹ ਨਿਗਾਹ ਰੱਖ ਲਈ ਆ, ਉਹਨਾਂ ਨੇ ਰਿਪੋਰਟ ਵੀ ਪੰਜਾਬ ਸਰਕਾਰ ਤੋਂ ਤਲਬ ਕਰ ਲਈ ਆ, IB ਨੇ ਵੀ ਰਿਪੋਰਟ ਮੰਗ ਲਈ ਆ ਇਹਦੇ ਬਾਰੇ। ਹੁਣ ਜਿਵੇਂ ਤੁਸੀਂ ਦੱਸਿਆ ਪਿਓ ਦਾ ਜਿਹੜਾ ਇੰਸਟਾਗ੍ਰਾਮ ਦਾ ਅਕਾਊਂਟ ਵੀ ਬੈਨ ਕਰਤਾ, ਉਹ ਪੰਜਾਬ ਸਰਕਾਰ ਇੱਥੇ ਕੇਂਦਰ ਸਰਕਾਰ ਨੇ ਕੀਤਾ। ਫਿਰ ਜਿਹਨਾਂ ਚੈਨਲਾਂ ਨੂੰ ਪੇਜਾਂ ਨੇ ਅਜਨਾਲੇ ਦੀ ਘਟਨਾ ਨੂੰ ਕਵਰ ਕੀਤਾ ਸੀ, ਮੈਨੂੰ ਲੱਗਦਾ ਉਹ ਵੀ ਕਾਫੀ ਹੱਦ ਤੱਕ ਉਹ ਪੇਜ ਵੀ ਬੈਨ ਕਰ ਦਿੱਤੇ ਗਏ ਜਾਂ ਚੁੱਕ ਦਿੱਤੇ ਗਏ ਆ। ਸੋ ਹੌਲੀ ਹੌਲੀ ਜਿਹੜਾ ਸ਼ਿਕੰਜਾ ਉਹ ਕੱਸਣਾ ਸ਼ੁਰੂ ਕਰਤਾ ਕੇਂਦਰ ਸਰਕਾਰ ਨੇ। ਤੇ ਜਦੋਂ ਰਿਪੋਰਟ ਮੰਗ ਲਈ ਆ, ਰਿਪੋਰਟ ਦੇ ਆਧਾਰ ਤੇ ਕੀ ਉਹ ਕਾਰਵਾਈ ਕਰਦੀ ਆ, ਇਹ ਆਉਣ ਵਾਲਾ ਸਮਾਂ ਦੱਸੋ ਜੀ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਹਾਲਾਤ ਨੇ, ਕਿਉਂਕਿ ਤੁਸੀਂ ਬੜੀ ਤਿੱਖੀ ਤੇ ਸੱਚੀ ਜੋ ਕਿ ਨਿਊਜ਼ ਹੁੰਦੀ ਹੈਗੀ ਆ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਆਪਾਂ ਰੂਬਰੂ ਕਰਦੇ ਹੈਗੇ ਆ, ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਜਿਹੜਾ ਸਾਡਾ ਯੂਥ ਹੈਗਾ, ਸਾਡੀਆਂ ਬੱਚੀਆਂ ਨੇ ਇਸ ਮੁਲਕਾਂ ਵੱਲ ਬਹੀਰਾਂ ਕੱਤ ਰਹੀਆਂ ਨੇ? ਕਿਉਂਕਿ ਜਿਹੜੇ ਹਾਲਾਤ ਨੇ ਇੱਥੇ ਕੋਈ ਪੰਜਾਬ ਦੀ ਡਿਵੈਲਪਮੈਂਟ ਵੱਲ ਤਾਂ ਕੋਈ ਪਲਾਨ ਹੈ ਨਹੀਂ ਗੀ ਹਜੇ ਤੱਕ, ਦੇਖਣ ਦੇ ਵਿੱਚ ਸਾਹਮਣੇ ਕੋਈ ਆ ਨਹੀਂ, ਕੋਈ ਨਵੀਂ ਡਿਵੈਲਪਮੈਂਟ ਹੋਵੇ ਜਾਂ ਬੱਚਿਆਂ ਨੂੰ ਨਵਾਂ ਰੁਜ਼ਗਾਰ ਮਿਲੇ ਤੇ ਉਹ ਜਿੱਥੇ ਵੀ ਉਹਨਾਂ ਨੂੰ ਠੀਕ ਲੱਗਦਾ ਹੈਗਾ ਵੀ ਭਾਰਤ ਦੇ ਵਿੱਚੋਂ ਅਸੀਂ ਬਾਹਰ ਨਿਕਲ ਜਾਈਏ, ਕਿਤੇ ਵੀ ਜਾ ਕੇ ਕੰਮ ਕਰਨ ਨੂੰ ਤਿਆਰ ਨੇ। ਪਰ ਇਸ ਮੁਲਕਾਂ ਦੇ ਵਿੱਚ ਆ ਕੇ ਜਦੋਂ ਜ਼ੀਰੋ ਤੋਂ ਸਕ੍ਰੈਚ ਤੋਂ ਜਿਹੜੀ ਆਪਣੀ ਲਾਈਫ ਜਿਹੜਾ ਜੀਵਨ ਸ਼ੁਰੂ ਕਰਦੇ ਨੇ, ਆਪਣੇ ਬੜੇ ਵਧੀਆ ਰੰਗੀਨੇ ਸੁਪਨੇ ਲੈ ਕੇ ਆਉਂਦੇ ਨੇ, ਪਰ ਜਦੋਂ ਉੱਥੇ ਆ ਕੇ ਇਹਨਾਂ ਨੂੰ ਇਸ ਮੁਲਕਾਂ ਦੇ ਵਿੱਚ ਆ ਕੇ ਹਾਰਡ ਮਿਹਨਤ ਭੰਨਣੀ, ਜਿਹੜੀ ਮਿਹਨਤ ਕਰਨੀ ਪੈਂਦੀ ਹੈਗੀ ਆ, 24-24 ਘੰਟੇ ਸ਼ਿਫਟਾਂ ਕਰਨੀਆਂ ਪੈਂਦੀਆਂ ਨੇ, ਤਾਂ ਫਿਰ ਉਹਨਾਂ ਨੂੰ ਪੰਜਾਬ ਸਾਡਾ ਮੁਲਕ ਬਹੁਤ ਵਧੀਆ ਸੀਗਾ। ਅਫਸੋਸ ਉਹੀ ਜਿਹੜੀਆਂ ਪਿੱਛੇ ਰਵਾਇਤੀ ਜਿਹੜੀਆਂ ਸਰਕਾਰਾਂ ਨੇ, ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਹੈਗਾ। ਸਿਰਫ ਆਪਦੇ ਅਕਾਊਂਟ ਬੈਲੈਂਸ, ਆਪਦੀਆਂ ਜ਼ਮੀਨਾਂ, ਆਪਦੇ ਬਿਜ਼ਨਸ ਅਦਾਰੇ ਬਾਹਰਲੇ ਮੁਲਕਾਂ ਦੇ ਵਿੱਚ, ਪੰਜਾਬ ਦੇ ਵਿੱਚ ਵੀ ਸੈਟਲ ਕੀਤੇ ਨੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੇ ਸੈਟਲ ਕੀਤੇ ਗਏ ਨੇ। ਪਰ ਜਿਹੜੇ ਸਾਡੇ ਬੱਚੇ ਆ ਰਹੇ ਨੇ ਇਸ ਮੁਲਕਾਂ ਦੇ ਵਿੱਚ, ਗਿੱਲ ਸਾਹਿਬ ਬੜੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਬੜੀ ਨੌਲੇਜ ਆ, ਸਾਰਾ ਕੁਝ ਸਮਾਰਟ ਹੈਗੇ ਨੇ, ਪਰ ਇੱਥੋਂ ਆ ਕੇ ਉਹਨਾਂ ਨੂੰ ਬੜਾ ਜਿਹੜਾ ਸਟਰਗਲ ਕਰਨਾ ਪੈਂਦਾ। ਜਿਹੜੇ ਕੁਛ ਕੁ ਬੱਚੇ ਸੀ ਉਹ ਤਾਂ ਇੱਥੇ 6 ਮਹੀਨੇ ਸਾਲ 2-4 ਸਾਲ ਰਹਿ ਕੇ ਆਲਰੇਡੀ ਵਾਪਸ ਉਹਨਾਂ ਨੇ ਵਹੀਰਾਂ ਕੱਤ ਲਈ, ਜਾਂ ਕਹਿੰਦੇ ਅਸੀਂ ਆਪਦੇ ਪੰਜਾਬ ਦੇ ਵਿੱਚ, ਆਪਦੀ ਮਿੱਟੀ ਦੇ ਵਿੱਚ, ਉੱਥੇ ਹੀ ਸਾਡਾ ਸਾਰਾ ਵਧੀਆ ਭਵਿੱਖ ਆ। ਜੇ ਗੱਲ ਕਰੀਏ ਇਸ ਮੁਲਕਾਂ ਦੇ ਵਿੱਚ ਆ ਕੇ ਗਿੱਲ ਸਾਹਿਬ, ਇੱਕ ਘਰ ਤੇ ਕਾਰ ਵਾਸਤੇ ਸਾਰਾ ਆਪਣਾ ਜੀਵਨ ਜਿਹੜਾ ਲਗਾ ਦਿੰਦੇ ਨੇ। ਇੱਕ ਜਿਹੜਾ ਘਰ ਇੱਥੇ ਪੇ ਆਫ ਨਹੀਂ ਹੁੰਦਾ ਹੈਗਾ, ਜਾਂ ਜਿਹੜੀ ਗੱਡੀ ਹੈਗੀ ਆ ਉਹ ਪੇ ਆਫ ਨਹੀਂ ਹੁੰਦੀ ਹੈਗੀ, ਤੇ ਉਸ ਰੋਟੇਸ਼ਨ ਦੇ ਵਿੱਚ ਹੀ ਬੰਦਾ ਬਚਪਨੇ ਤੋਂ ਜਵਾਨੀ ਤੋਂ ਬੁਢਾਪੇ ਵੱਲ ਜਿਹੜੀ ਉਮਰ ਤੱਕ ਪਹੁੰਚ ਜਾਂਦੀ ਹੈਗੀ ਆ, ਪਰ ਜਿਹੜਾ ਇੱਥੇ ਘਰਾਂ ਪੇ ਆਫ ਨਹੀਂ ਹੁੰਦੇ ਹੈਗੇ। ਪਰ ਕੁਛ ਕੁ ਲੋਕਾਂ ਨੇ ਡਿਸੀਜਨ ਲਏ ਨੇ, ਪਿੱਛੇ ਵਾਪਸ ਗਏ ਨੇ। ਤੁਹਾਨੂੰ ਕੀ ਲੱਗਦਾ ਹੈਗਾ ਜਿਹੜੇ ਇੱਥੇ ਸਟੂਡੈਂਟ ਆ ਕੇ, ਜਾਂ ਬੱਚੇ ਜਾਂ ਪਰਿਵਾਰ ਕੁਛ ਪੰਜਾਬ ਦੇ ਵਿੱਚ ਵਾਪਸ ਆ ਰਹੇ ਨੇ, ਜਾਂ ਜਿਹੜੇ ਪੰਜਾਬ ਦੇ ਵਿੱਚੋਂ ਵਧੀਆ ਸੁਪਨੇ, ਰੰਗੀਨੇ ਸੁਪਨੇ ਲੈ ਕੇ ਇਸ ਮੁਲਕਾਂ ਵਿੱਚ ਆ ਰਹੇ ਨੇ, ਕੀ ਉਹਨਾਂ ਨੂੰ ਜਿਹੜੇ ਇੱਥੋਂ ਵਾਪਸ ਜਾ ਰਹੇ ਨੇ ਕੀ ਸੈਟਲ ਹੋ ਸਕਣਗੇ ਪੰਜਾਬ ਦੇ ਵਿੱਚ, ਜਾਂ ਕਿ ਵਾਪਸ ਫੇਰ ਪਰਤਣਗੇ ਇਸ ਮੁਲਕਾਂ ਵੱਲ?
ਦੇਖੋ ਗੱਲ ਤਾਂ ਇਹ ਆ ਕਿ ਮਿਹਨਤ ਤਾਂ ਦੋਨੋਂ ਪਾਸੇ ਕਰਨੀ ਪਊਗੀ, ਚਾਹੇ ਪੰਜਾਬ 'ਚ ਰਹਿਣ ਤਾਂ ਚਾਹੇ ਇੱਥੇ ਆ ਕੇ ਰਹਿਣ। ਬਿਨਾਂ ਮਿਹਨਤ ਤੋਂ ਵੀ ਕੋਈ ਗੁਜ਼ਾਰਾ ਨਹੀਂ ਹੈਗਾ। ਇੱਥੇ ਆ ਕੇ ਮਿਹਨਤ ਦਾ ਮੁੱਲ ਪੈ ਜਾਂਦਾ, ਇੱਥੇ ਮਿਹਨਤ ਦਾ ਮੁੱਲ ਨਹੀਂ ਪੈਂਦਾ ਉਹਨੂੰ। ਇੱਥੇ ਸੌਖਾ ਇਹ ਆ ਵੀ ਰੁਜ਼ਗਾਰ ਉਹਦੀ ਸਕਿੱਲ ਮੁਤਾਬਕ, ਚਾਹੇ ਕੋਈ ਨਹੀਂ ਸਕਿੱਲ ਹੈਗਾ ਲੇਬਰ ਦੇ ਮੁਤਾਬਕ, ਲੇਬਰ ਦੀ ਵੀ ਚਲੋ ਚੀਜ਼ ਵਧੀਆ ਮਿਲ ਜਾਂਦੀ ਆ। ਇੱਥੇ ਵਿਹਲੇ ਘੁੰਮਦੇ ਆ, ਵਿਹਲੇ ਘੁੰਮਿਆਂ ਨੂੰ ਫਿਰ ਐਦਾਂ ਮਗਰ ਲਾ ਲੈਂਦੇ ਆ, ਜਦ ਇੱਦਾਂ ਲੱਗੇ ਹੋਏ ਆ ਕਈਆਂ ਦੇ ਵਿੱਚ, ਗੁੰਮਰਾਹ ਵਾਲੇ ਪਾਸੇ ਤੁਰ ਪੈਂਦੇ ਆ। ਕਈ ਗੱਲਾਂ ਆ ਜਿਹੜੀਆਂ ਕਿ ਪਲੱਸ ਪੁਆਇੰਟ ਵੀ ਹੈਗੀਆਂ, ਕਈ ਗੱਲਾਂ ਹੈਗੀਆਂ ਮਾਈਨਸ ਪੁਆਇੰਟ ਵੀ ਹੈਗੀਆਂ। ਹੁਣ ਉੱਥੋਂ ਵਾਪਸ ਆ ਕੇ ਤਾਂ ਸਰਵਾਈਵ ਉਹੀ ਕਰ ਸਕਦਾ ਜਿਹਦੇ ਇੱਥੇ ਮਾਪੇ ਤਕੜੇ ਆ, ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਤਕੜੀਆਂ ਆ, ਜਿਨ੍ਹਾਂ ਕੋਲ ਕੋਈ ਬਿਜ਼ਨਸ ਕਾਰੋਬਾਰ ਵਧੀਆ ਆ, ਉਹੀ ਸਰਵਾਈਵ ਕਰ ਸਕਦਾ। ਹੁਣ ਜਿਹੜਾ ਬੰਦਾ ਪਹਿਲਾਂ ਹੀ ਇੱਥੋਂ ਜ਼ਮੀਨਾਂ ਵੇਚ ਕੇ ਗਿਆ ਹੋਵੇ, ਉੱਥੇ ਬੱਚੇ ਨੂੰ ਭੇਜਿਆ ਹੋਵੇ, ਤੇ ਬੱਚਾ ਸਮਝਦਾਰ ਹੋਵੇ, ਤੇ ਉਹਨੂੰ ਪਤਾ ਹੋਊਗਾ ਕਿ ਮੈਂ ਤਾਂ ਭਾਈ ਪਹਿਲਾਂ ਹੀ ਆਪਣੇ ਪਿਓ ਦਾ ਕਰਜ਼ਾ ਲਾਉਣਾ, ਤੇ ਜੇ ਮੈਂ ਇੱਥੋਂ ਛੱਡ ਕੇ ਚਲੇ ਗਿਆ ਤਾਂ ਉੱਥੇ ਤਾਂ ਫਿਰ ਨਾ ਤਾਂ ਪਿਓ ਲਈ ਕੁਝ ਬਚਣਾ ਤੇ ਨਾ ਮੈਂ ਹੀ ਕੁਝ ਕਰ ਸਕਦਾ। ਸੋ ਹੱਡ ਭੰਨ ਵੀ ਮਿਹਨਤ ਪਹਿਲਾਂ ਵੀ ਕਰਦੇ ਆਏ ਆ, ਹੁਣ ਵੀ ਕਰਦੇ ਆ। ਮੁੱਕਦੀ ਗੱਲ ਜੇ ਮੈਂ ਕਹਾਂ, ਹੁਣ ਆਪਾਂ ਇਹ ਗੱਲ ਕਰਦੇ ਆ ਤੇ ਜਦੋਂ ਇੱਧਰਲੇ ਲੋਕ ਸੋਚਦੇ, ਉੱਧਰਲੇ ਤਾਂ ਚਲੇ ਗਏ, ਉਹ ਤਾਂ ਲੋਕ ਸੋਚਣਗੇ ਵੱਖਰੀ ਗੱਲ ਆ। ਜਦੋਂ ਇੱਧਰਲੇ ਲੋਕ ਸਾਡੀਆਂ ਆਹ ਗੱਲਾਂ ਸੁਣਦੇ ਆ ਨਾ, ਤੇ ਫਿਰ ਉਹ ਕਹਿੰਦੇ ਵੀ ਤੁਸੀਂ ਕੀ ਕਰਦੇ ਉੱਥੇ, ਫਿਰ ਤੁਸੀਂ ਕੀ ਕਰਦੇ ਆ ਉੱਥੇ, ਤੁਸੀਂ ਕਰਦੇ ਗਏ ਹੋ, ਤੁਸੀਂ ਵਾਪਸ ਨਹੀਂ ਆ ਗਏ। ਉਹ ਸਗੋਂ ਉੱਤੇ ਸਵਾਲ ਕਰਦੇ ਆ, ਸਗੋਂ ਸਾਨੂੰ ਕਹਿਣ ਲੱਗ ਪੈਂਦੇ ਤੁਸੀਂ ਇੱਧਰਲੇ ਜਿਹੜੇ ਮੁਲਕਾਂ ਦੇ ਵਿੱਚੋਂ ਬੱਚੇ ਜੇ ਕੋਈ ਪੜ੍ਹਨ ਲਿਖਣ ਜਾਂਦਾ ਆ, ਬੈਟਰ ਫਿਊਚਰ ਲਈ ਜਾਂਦਾ ਆ, ਤੁਸੀਂ ਉਹਨਾਂ ਨੂੰ ਡਰਾਉਂਦੇ ਆ। ਕਿਉਂ ਡਰਾਉਂਦੇ ਆ? ਜਦ ਉਧਰ ਉਹਨਾਂ ਨੂੰ ਸਾਰਾ ਕੁਝ ਠੀਕ ਹੈ, ਜਾਊਗਾ ਬੱਚਾ ਆਪਣੇ ਪੈਰਾਂ ਸਿਰ ਖੜਾ ਹੋਊਗਾ, ਉਹਨੂੰ ਕੋਈ ਮਿਹਨਤ ਕਰੂਗਾ ਤੇ ਕੁਝ ਬਣ ਕੇ ਦਿਖਾਊਗਾ, ਨਹੀਂ ਬਣੂਗਾ ਤਾਂ ਉਹਦੀ ਜ਼ਿੰਮੇਵਾਰੀ ਉੱਥੇ ਹੀ ਆ। ਹਾਂ ਵੀ ਇਕੱਲਾ ਆ, ਉਹਨੂੰ ਪਤਾ ਵੀ ਸ਼ਾਮ ਨੂੰ ਮੈਨੂੰ ਰੋਟੀ ਤਾਂ ਹੀ ਮਿਲਣੀ ਹੈ ਜੇ ਮੈਂ ਦਿਹਾੜੀ ਲਾਊਂਗਾ। ਇੱਥੇ ਤਾਂ ਹੈਗੇ ਮਾਂ ਹੈਗੀ ਆ, ਪਿਓ ਹੈਗਾ, ਕੁਛ ਨਾ ਕੁਛ ਘਰ ਦਾਣੇ ਹੁੰਦੇ ਆ ਹਰੇਕ ਦੇ ਜ਼ਿਮੀਂਦਾਰਾਂ ਦੇ, ਤੇ ਉੱਥੇ ਤਾਂ ਰੋਟੀ ਪਾਣੀ ਮਿਲ ਜਾਂਦਾ। ਪਰ ਇਹ ਸਵਾਲ ਫਿਰ ਸਾਡੇ ਵਰਗਿਆਂ ਨੂੰ ਇਹ ਉਠਾਲਦੇ ਆ ਵੀ ਭਾਈ ਤੁਸੀਂ ਕਿਉਂ ਫਿਰ ਉੱਧਰ ਦੀਆਂ ਗੱਲਾਂ ਕਰਦੇ ਆ, ਤੁਸੀਂ ਵੀ ਆਰਾਮ ਨਾਲ ਬੈਠੋ, ਤੁਸੀਂ ਤੁਹਾਨੂੰ ਕਿਹਨੇ ਕਿਹਾ ਵੀ ਹੁਣ ਤੁਸੀਂ ਇੱਧਰਲੇ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ ਡਰਾਉਣ ਲੱਗ ਪਏ ਆ? ਇਹ ਗੱਲ ਠੀਕ ਨਹੀਂ ਹੈਗੀ। ਸੋ ਠੀਕ ਆ, ਦੇਖੋ ਮਿਹਨਤ ਦਾ ਕੰਮ ਆ, ਉਹ ਇੱਧਰ ਜੇ ਆ ਜਾਣਗੇ, ਜੇ ਤਾਂ ਸੌਖੇ ਆ, ਸਰਗੀ ਆ ਘਰ, ਤੇ ਚੱਲ ਜੂਗਾ ਕੰਮ ਉਹਨਾਂ ਦਾ। ਜੇ ਉਹ ਪੜ੍ਹਾਈ ਦੇ ਲਾਇਕ ਹੈਗੇ ਆ, ਮਾਂ ਬਾਪ ਉਹਨੂੰ ਹੋਰ ਅੱਗੇ ਪੜ੍ਹਾ ਦੂਗਾ। ਜੇ ਪੜ੍ਹਾਈ ਤੋਂ ਇੱਧਰੋਂ ਪੜ੍ਹਾਈ ਛੱਡ ਕੇ ਜਾਂ ਪੜ੍ਹਾਈ ਤੋਂ ਮੂੰਹ ਮੋੜ ਕੇ ਉੱਧਰ ਗਏ ਹੋਣਗੇ, ਤਾਂ ਮੁੜ ਕੇ ਆ ਕੇ ਤਾਂ ਪੜ੍ਹਾਈ ਕਰਨੋਂ ਰਹੇ। ਤਾਂ ਬਿਨਾਂ ਪੜ੍ਹਾਈ ਤੋਂ ਇੱਥੇ ਤੁਹਾਨੂੰ ਪਤਾ ਲੱਖਾਂ ਹੀ ਬੇਰੁਜ਼ਗਾਰ ਫਿਰਦੇ ਆ, ਨੌਕਰੀ ਨਹੀਂ ਮਿਲਦੀ, ਕੰਮ ਨਹੀਂ ਮਿਲਦਾ। ਤਾਂ ਉਹਦੇ ਲਈ ਠੀਕ ਆ, ਉਹਨਾਂ ਦੇ ਹੁਣ ਕਿਹੜੇ ਤਰੀਕੇ ਨਾਲ ਉਹਨਾਂ ਨੇ ਫੈਸਲਾ ਲਿਆ ਵਾਪਸ ਆਉਣ ਦਾ, ਉਹ ਤਾਂ ਉਹੀ ਜਾਣਦੇ ਹੋਣਗੇ। ਹਾਂਜੀ, ਪਰ ਇਹਦੇ ਵਿੱਚ ਇਹ ਵੀ ਹੈ ਗਿੱਲ ਸਾਹਿਬ, ਆਪਣੇ ਨਾ ਕਾਫੀ ਜ਼ਿਆਦਾ ਜਿਹੜੇ ਇੱਥੇ ਸਾਡੇ ਯੂਥ ਬੱਚੇ ਨੇ, ਕਾਫੀ ਜ਼ਿਆਦਾ ਜਿਹੜੇ 20-22 ਸਾਲ ਦੇ ਜਾਂ 25-30 ਸਾਲ ਦੇ ਜਾਂ ਇਸ ਤੋਂ ਬਾਅਦ ਦੇ ਹਾਰਟ ਅਟੈਕ ਜਿਹੜੇ ਕਾਫੀ ਜ਼ਿਆਦਾ ਜਿਹੜੀ ਰੇਸ਼ੋ ਇੱਥੇ ਵੱਧ ਰਹੀ ਆ, ਕਾਫੀ ਹੋ ਰਹੇ ਨੇ। ਉਸਦੇ ਕੀ ਕਾਰਨ ਹੋ ਸਕਦੇ ਨੇ? ਉਹ ਵੈਕਸੀਨੇਸ਼ਨ ਵੀ ਹੋ ਸਕਦੀ ਆ, ਜਾਂ ਜਿਹੜੇ ਹੋਰ ਨਸ਼ੀਲੇ ਨਸ਼ੇ ਨੇ ਉਹ ਵੀ ਜਿਹੜਾ ਕੁਛ ਨਾ ਕੁਛ ਕਾਰਨ ਜਿਹੜਾ ਹੋ ਸਕਦਾ ਹੈਗਾ, ਕਿਉਂਕਿ ਕਾਫੀ ਜ਼ਿਆਦਾ ਇੱਕ ਸਟ੍ਰੈਸ ਲੈਵਲ ਹੈਗਾ ਜਿਹੜਾ ਉਹ ਵੀ ਜ਼ਿਆਦਾ ਇੱਥੇ ਵਧਿਆ ਰਹਿੰਦਾ ਹੈਗਾ, ਕਿਉਂਕਿ ਘਰਾਂ ਦੇ ਖਰਚੇ, ਸਕੂਲਾਂ ਕਾਲਜਾਂ ਦੀ ਫੀਸ ਜਿਹੜੀ ਹੈਗੀ ਆ ਉਹ ਆ, ਜਾਂ ਭਾਵੇਂ ਆਮ ਵੀ ਇਨਸਾਨ ਜ਼ਿੰਦਗੀ ਦੇ ਵਿੱਚ ਇੱਥੇ ਕਾਫੀ ਜ਼ਿਆਦਾ ਜਿਹੜੀਆਂ ਟੈਨਸ਼ਨਾਂ ਦਾ ਜਿਹੜਾ ਸਟ੍ਰੈਸ ਹੁੰਦਾ ਹੈਗਾ, ਬੰਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈਗਾ, ਕਾਫੀ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਜਿੰਨੇ ਵੀ ਸਾਡੇ ਬੱਚੇ ਬੱਚੀਆਂ ਆ ਰਹੀਆਂ ਨੇ, ਸਾਡੇ ਭਰਾ ਆ ਰਹੇ ਨੇ, ਉਹ ਪ੍ਰੋਪਰਲੀ ਪ੍ਰਪੇਅਰ ਹੋ ਕੇ ਆਉਣ ਵੀ ਹਾਂ ਵੀ ਸਾਨੂੰ ਮੂਹਰੇ ਸਾਂਭਣ ਵਾਲਾ ਕੋਈ ਹੈਗਾ ਜਾਂ ਨਹੀਂ। ਜੇ ਨਹੀਂ ਹੈਗਾ ਤਾਂ ਉਸ ਹਿਸਾਬ ਦੇ ਨਾਲ ਆਪਦਾ ਪ੍ਰੋਪਰਲੀ ਪ੍ਰਪੇਅਰ, ਕਿਉਂਕਿ ਜਿਸ ਹਿਸਾਬ ਨਾਲ ਹੁਣ ਇੱਥੇ ਸਨੋ ਪੈ ਰਹੀ ਹੈ, ਵੈਦਰ ਕਾਫੀ ਠੰਡਾ, 2-2 ਫੁੱਟ ਸਨੋ ਪਈ ਹੋਈ ਆ ਟੋਰਾਂਟੋ ਦੇ ਵਿੱਚ, ਤੇ ਉਹਨਾਂ ਨੂੰ ਫਿਰ ਕਾਫੀ ਜਿਹੜੀ ਦਿੱਕਤ ਆ ਜੇ ਬੇਸਮੈਂਟ ਜਾਂ ਕੋਈ ਅਪਾਰਟਮੈਂਟ ਰੈਂਟ ਤੇ ਲੈਣੀ ਹੈਗੀ ਆ ਛੇਤੀ, ਕਿਉਂਕਿ ਨਵਾਂ ਉਹਨਾਂ ਦਾ ਜਿਹੜਾ ਕ੍ਰੈਡਿਟ ਹੁੰਦਾ, ਉਹਨਾਂ ਦਾ ਰੈਕਡ ਹੁੰਦਾ ਹੈਗਾ ਬਹੁਤਾ ਬਿਲਕੁਲ ਹੀ ਨਵਾਂ ਹੁੰਦਾ ਹੈ, ਇਸ ਕਰਕੇ ਉਹ ਵੀ ਕੋਈ ਰੈਂਟ ਤੇ ਉਹਨਾਂ ਨੂੰ ਪ੍ਰੋਪਰਟੀ ਲੀਜ਼ ਦੇ ਉੱਤੇ ਨਹੀਂ ਦਿੰਦਾ ਹੈਗਾ। ਜਦੋਂ ਵੀ ਤੁਸੀਂ ਇੱਥੇ ਸਾਡੇ ਬੱਚੇ ਬੱਚੀਆਂ ਆ ਰਹੇ ਨੇ, ਆਪਦਾ ਪ੍ਰੋਪਰਲੀ ਤੁਸੀਂ ਰੈਂਟ ਵਾਸਤੇ, ਤੁਹਾਡੇ ਕੋਲ ਪ੍ਰੋਪਰਲੀ ਰਹਿਣ ਵਾਸਤੇ ਤੁਹਾਡੇ ਕੋਲ ਇਨਫ ਪੈਸੇ ਹੋਣ, ਫੇਰ ਹੀ ਆ ਕੇ ਇੱਥੋਂ ਜਿਹੜਾ ਤੁਹਾਨੂੰ ਆਉਣਾ ਚਾਹੀਦਾ। ਕਈ ਵਾਰ ਮੂਰੇ ਯਾਰ ਦੋਸਤ ਗਿੱਲ ਸਾਹਿਬ ਕੀ ਹੁੰਦਾ ਕਿ ਨਾ, ਤੁਹਾਡੇ ਯਾਰ ਦੋਸਤ ਜਾਂ ਰਿਸ਼ਤੇਦਾਰ ਹੁੰਦੇ ਨੇ, ਕੋਈ ਨਹੀਂ ਚੱਕ ਲਾਂਗੇ, ਪਰ ਏਅਰਪੋਰਟ ਦੇ ਉੱਤੇ ਜਿਹੜੇ ਖੜੇ ਹੁੰਦੇ ਨੇ ਉੱਥੇ ਉਹਨਾਂ ਨੂੰ ਲੈਣ ਵੀ ਨਹੀਂ, ਮੁੜ ਕੇ ਫੋਨ ਵੀ ਨਹੀਂ ਚੱਕਦੇ। ਇਸ ਕਰਕੇ ਸਾਡੀ ਬੇਨਤੀ ਆ, ਰਿਕੁਐਸਟ ਕਰਦੇ ਆ, ਜਿੰਨੇ ਵੀ ਸਾਡੇ ਬੱਚੇ ਬੱਚੀਆਂ ਇਸ ਮੁਲਕਾਂ ਦੇ ਵਿੱਚ ਆ ਰਹੇ ਨੇ, ਆਪਦਾ ਪ੍ਰੋਪਰਲੀ ਪ੍ਰਪੇਅਰ ਹੋ ਕੇ ਆਉਣ। ਤੁਹਾਨੂੰ ਇੱਥੇ ਸਕ੍ਰੈਚ ਤੋਂ ਜਿਹੜੀ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਣੀ ਆ। ਹਾਂ, ਤੁਹਾਨੂੰ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈਗਾ ਜੇ ਤੁਸੀਂ ਸੱਚੇ ਮਨੋਂ ਮਿਹਨਤ ਕਰਦੇ ਹੈਗੇ ਹੋ, ਪਰ ਜੇ ਤੁਸੀਂ ਓਵਰਨਾਈਟ ਕਹਿੰਦੇ ਹੋ ਜੀ ਅਸੀਂ ਤਾਂ ਅਮੀਰ ਹੋ ਜਾਈਏ, ਵੱਡੀਆਂ ਗੱਡੀਆਂ ਲੈ ਲਈਏ, ਵੱਡੇ ਘਰ ਲੈ ਲਈਏ, ਤੇ ਸਪੋਰਟਸ ਜਿਹੜੀਆਂ ਕਾਰਾਂ ਲੈ ਕੇ ਤੇ ਉਹਦੀਆਂ ਜਿਹੜੀਆਂ ਨੇ ਆਪਣੇ ਉਹਦੇ ਚੀਕਾਂ ਪਵਾਈਏ, ਤੇ ਫਿਰ ਉਹ ਸਭ ਨੂੰ ਪਤਾ ਜੀ ਹੈਗਾ, ਜਿਹਨੇ ਕਾਫੀ ਜ਼ਿਆਦਾ ਗਿੱਲ ਸਾਹਿਬ ਇੱਥੇ ਸਾਡੇ ਬੱਚੇ ਬੱਚੀਆਂ ਜੇਲ੍ਹਾਂ ਦੇ ਵਿੱਚ ਨੇ, ਗਲਤ ਦੇ ਹੱਥੀਂ ਚੜ੍ਹ ਕੇ ਤੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸੀਗਾ। ਕਈ ਕਾਰਾਂ ਚੋਰੀਆਂ ਕਰਦੇ ਨੇ ਆ ਕੇ, ਜਾਂ ਰੋਬਰੀਜ਼ ਕਰਦੇ ਨੇ, ਜਾਂ ਹੋਰ ਨਸ਼ੇ ਪੱਤੇ ਜਿਹੜੇ ਵੇਚਦੇ ਨੇ ਆ ਕੇ, ਫਿਰ ਉਹਨਾਂ ਦੇ ਇੱਕ ਵਾਰੀ ਜਿਹੜਾ ਚਾਰਜ ਲੱਗ ਜਾਂਦਾ ਹੈਗਾ, ਮੁੜ ਕੇ ਉਹ ਇਸ ਮੁਲਕ ਦੇ ਜਿਹੜੇ ਵਾਸੀ ਨਹੀਂ ਬਣ ਸਕਦੇ ਹੈਗੇ, ਬੜੀਆਂ ਮੁਸ਼ਕਿਲਾਂ ਆਉਂਦੀਆਂ ਨੇ, ਉਹਨਾਂ ਨੂੰ ਇੱਥੋਂ ਕਈ ਵਾਰ ਡਿਪੋਰਟ ਵੀ ਹੋਣਾ ਪੈ ਜਾਂਦਾ ਹੈਗਾ ਜੀ।
ਬਿਲਕੁਲ ਜੀ, ਤੁਹਾਡੀਆਂ ਗੱਲਾਂ ਸਾਰੀਆਂ ਇਹ ਦਰੁਸਤ ਆ। ਤੇ ਜਿਹਨੇ ਵੀ ਜਾਣਾ ਆ ਉਹਨੇ ਤਾਂ ਜ਼ੀਰੋ ਤੋਂ ਸ਼ੁਰੂ ਹੋਣਾ ਉੱਥੇ, ਜੀ ਤੇ ਜਿਹਨੇ ਜ਼ੀਰੋ ਤੋਂ ਸ਼ੁਰੂ ਹੋਣਾ ਤੇ ਉਹਨੂੰ ਮਿਹਨਤ ਤਾਂ ਦੁੱਗਣੀ ਤਿਗਣੀ 4 ਗੁਣਾ ਕਰਨੀ ਪਊਗੀ। ਠੀਕ ਆ, ਹੌਲੀ ਹੌਲੀ ਸਹਿਜੇ ਸਹਿਜੇ ਪੌੜੀ ਚੜੂਗੇ ਤੇ ਉਹਦਾ ਫਲ ਵੀ ਵਧੀਆ ਮਿਲਦਾ, ਸਹਿਜੇ ਮਿਲਦਾ, ਲੇਟ ਮਿਲਦਾ, ਪਰ ਮਿਲਦਾ ਵਧੀਆ। ਜੇ ਇਸ ਪੌੜੀ ਦੇ ਸਿਰੇ ਨੂੰ ਹੱਥ ਪਾਵਾਂਗੇ ਤਾਂ ਫਿਰ ਡਿੱਗਣਾ ਵੀ ਪਹਿਲਾਂ ਹੀ ਹੁੰਦਾ, ਬਹੁਤ ਛੇਤੀ ਫਿਰ ਬੰਦਾ ਡਿੱਗਦਾ। ਉਹਦੇ ਲਈ ਬੈਟਰ ਇਹੀ ਆ ਵੀ ਸਟੈਪ ਬਾਈ ਸਟੈਪ ਕੰਮ ਕਰੋ, ਸਟੈਪ ਬਾਈ ਸਟੈਪ ਆਪਣਾ ਮਿਹਨਤ ਕਰੋ, ਤੇ ਉਹਦੇ ਨਾਲ ਥੋੜਾ ਆਪਣੀ ਲਗਜ਼ਰੀ ਲਾਈਫ ਆਪਣੇ ਆਪ ਹੀ ਬਣਨੀ ਸ਼ੁਰੂ ਹੋ ਜਾਊਗੀ ਜਿੰਨੀ ਮਿਹਨਤ ਕਰੋਗੇ। ਪਹਿਲਾਂ ਹੀ ਉਹਨੂੰ ਇਹ ਨਾ ਦੇਖੋ ਵੀ ਚੱਕਾ ਚਾਹੁੰਦੇ ਆ ਵੀ ਫਲਾਨਾ ਬੰਦਾ ਬਹੁਤ ਤਗੜਾ ਹੈ ਜੀ, ਉਹਦੇ ਵੱਲ ਚੱਕਾ ਚਾਹੁੰਦੇ ਕਰਕੇ ਆਪਣੀ ਜ਼ਿੰਦਗੀ ਜਿਹੜੀ ਪਹਿਲੀ ਵੀ ਗਵਾ ਲਈ ਹੈ ਉਹ ਸਟ੍ਰੈਸਫੁਲ ਜਿਹੜੀ ਲਾਈਫ ਆ ਉਹਦੇ ਨਾਲੋਂ ਬਿਹਤਰ ਆ ਆਪਣੀ ਇੱਕ ਰਿਲੈਕਸਫੁਲ ਵਾਲੀ ਲਾਈਫ ਜੀਵੇ। ਕਿਉਂਕਿ ਮੁਲਕ ਬਹੁਤ ਅੱਛਾ ਆ, ਇਹ 'ਚ ਕੋਈ ਸ਼ੱਕ ਨਹੀਂ। ਜੇ ਇੱਥੇ ਜਿੰਨਾ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਬਣੋਗੇ ਉਹ ਤੁਹਾਨੂੰ ਉਨਾ ਹੀ ਫਰੂਟ ਦਊਗਾ, ਉਨਾ ਹੀ ਤੁਹਾਡੇ ਲਈ ਫਰੂਟਫੁਲ ਹੋਊਗਾ। ਜੀ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ, ਤੇ ਆਪਣੀ ਕੱਲ੍ਹ ਨੂੰ ਮੁਲਾਕਾਤ ਹੁੰਦੀ ਹੈ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਅਵਤਾਰ ਸਿੰਘ ਸ਼ੇਰਗਿੱਲ, ਜੋ ਕਿ ਪੰਜਾਬ ਦੇ ਸੀਨੀਅਰ ਪੱਤਰਕਾਰ, ਜੋ ਕਿ ਤਿੱਖੀ ਨਜ਼ਰ ਪੰਜਾਬ ਦੀਆਂ ਖਬਰਾਂ ਉੱਤੇ ਰੱਖਦੇ ਨੇ। ਹਫ਼ਤਾਵਾਰੀ ਖਬਰਾਂ ਦੇ ਵਿੱਚ ਕੀ ਕੁਛ ਪੰਜਾਬ ਦੇ ਮੁੱਦਿਆਂ ਦੇ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ ਹੈਗਾ, ਆਪਣੇ ਨਾਲ ਸਾਂਝ ਪਾਉਂਦੇ ਨੇ ਜੀ। ਹੁਣ ਤੁਹਾਨੂੰ ਦੱਸ ਦਈਏ ਜੀ, ਆਪਣੇ ਕੋਲ ਕੁਛ ਕੁ ਜਿਹੜੀਆਂ ਪ੍ਰੋਪਰਟੀਆਂ ਅਵੇਲੇਬਲ ਨੇ, ਬਹੁਤ ਹੀ ਵਧੀਆ ਡੀਲ, ਮਤਲਬ ਆਪਾਂ ਕਹਿ ਸਕਦੇ ਹਾਂ ਜੀ ਵਧੀਆ ਡੀਲ ਆ। ਤੁਹਾਡੇ ਜੀ 4 ਲੱਖ ਦਾ 399,900 ਦੇ ਵਿੱਚ 4 ਲੱਖ ਦਾ ਘਰ ਜਿਹੜਾ ਹੈਗਾ ਆਪਣੇ ਕੋਲ ਆਇਆ ਹੈਗਾ, ਵੈਲਲੈਂਡ ਦੇ ਵਿੱਚ ਆ। ਅਗਰ ਸਾਡਾ ਕੋਈ ਸਰੋਤਾ, ਕੋਈ ਦਰਸ਼ਕ ਨੇ, ਕਿਸੇ ਨੇ ਪ੍ਰੋਪਰਟੀ ਲੈਣੀ ਹੈਗੀ ਆ ਵੈਲਲੈਂਡ ਦੇ ਵਿੱਚ, ਬ੍ਰੈਂਡ ਨਿਊ ਘਰ ਆ, ਅਸਾਈਨਮੈਂਟ ਕਲੌਜ਼ ਆ, ਤੁਸੀਂ ਮਾਰਚ ਦੇ ਵਿੱਚ ਇਸ ਦੀ ਜਿਹੜੀ ਕਲੋਜ਼ਿੰਗ ਆ ਕਰਵਾ ਸਕਦੇ ਹੋ। ਨਾਗਰਾ ਫਾਲ ਦੇ ਵਿੱਚ ਬਹੁਤ ਹੀ ਵਧੀਆ ਘਰ ਉੱਥੇ ਵੀ ਆਇਆ ਹੈਗਾ, ਤੁਸੀਂ ਲੈਣਾ ਚਾਹੁੰਦੇ ਹੈਗੇ ਹੋ, ਬਿਲਕੁਲ ਇਹ ਫਾਲ ਤੋਂ 5 ਤੋਂ 7 ਮਿੰਟ ਦੀ ਦੂਰੀ ਆ। ਨਾਲ ਦੀ ਨਾਲ ਬੁੱਡ ਸਟਾਕ ਦੇ ਵਿੱਚ 2 ਏਕੜ ਦੀ ਪ੍ਰਾਪਰਟੀ ਆ, 5 ਤੋਂ 6 ਹਜ਼ਾਰ ਦਾ ਜਿਹੜਾ ਗਰਾਜ ਬਣਿਆ ਹੋਇਆ, 14 ਫੀਟ ਹਾਈਟ ਹੈਗੀ ਆ, ਤੇ ਹਾਈਵੇ 401 ਤੋਂ ਸਿਰਫ 2 ਮਿੰਟ ਦਾ ਰਸਤਾ ਹੈਗਾ। ਹਾਈਵੇ 401 ਤੋਂ ਸਿਰਫ 2 ਮਿੰਟ ਦਾ ਰਸਤਾ ਹੈਗਾ। 2 ਸਟੋਰੀ ਘਰ ਬਣਿਆ, 3 ਬੈਡਰੂਮ ਦਾ, ਟੋਟਲੀ ਰੈਨੋਵੇਸ਼ਨ ਜਿਹੜਾ ਘਰ ਕੀਤਾ ਹੋਇਆ, ਨਵੇਂ ਵਰਗਾ ਜਿਹੜਾ ਅੰਦਰੋਂ ਘਰ ਬਣਿਆ ਹੋਇਆ। ਤੁਸੀਂ ਕੋਈ ਇਸ ਜਗ੍ਹਾ ਦੇ ਉੱਤੇ ਕੋਈ ਆਪਦਾ ਬਿਜ਼ਨਸ, ਕਾਰੋਬਾਰ, ਸਮਾਲ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਬੁੱਡ ਸਟਾਕ ਦੇ ਵਿੱਚ ਆਪਣੇ ਮੇਰੇ ਨਾਲ ਇਨਕੁਆਇਰੀ ਹੋ ਇਸ ਪ੍ਰਾਪਰਟੀ ਬਾਰੇ ਵੀ ਕਰ ਸਕਦੇ ਹੋ। ਲੰਡਨ ਦੇ ਵਿੱਚ ਆਪਣੇ ਕੋਲ 6 ਬੈਡਰੂਮ ਦਾ ਘਰ ਆਇਆ, ਬੜੀ ਸਸਤੀ ਪ੍ਰਾਈਸ ਤੇ ਆ, ਯੂਨੀਵਰਸਿਟੀ ਦੇ ਬਿਲਕੁਲ ਹੀ ਕੋਲ ਹੈਗਾ, ਉੱਥੇ ਕਾਲਜ ਦੇ ਕੋਲ ਹੈਗਾ, ਵਾਕਿੰਗ ਡਿਸਟੈਂਸ ਆ ਜਿਹੜਾ 5 ਮਿੰਟ ਦਾ ਰਸਤਾ ਹੈਗਾ। ਤੇ ਆਪਣੇ ਕੋਲ ਜੀ ਬਰੈਂਪਟਨ ਦੇ ਵਿੱਚ ਆਪਾਂ ਨੂੰ 2 ਪ੍ਰਾਪਰਟੀ ਚਾਹੀਦੀਆਂ ਨੇ, ਏਅਰਪੋਰਟ ਅਤੇ ਕੰਟਰੀ ਸਾਈਡ ਦੇ ਏਰੀਆ ਦੇ ਵਿੱਚ। ਜੇ ਕੋਈ ਸਾਡਾ ਸਰੋਤਾ ਵੇਚਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਕਰ ਲਿਓ 647 960 0770 ਦੇ ਉੱਤੇ। ਬਿਲਵਲ ਦੇ ਵਿੱਚ ਆਪਣੇ ਕੋਲ ਇੱਕ ਟਾਊਨ ਹਾਊਸ ਆਇਆ ਜੀ, 1800 ਸਕੁਅਰ ਫੀਟ ਦਾ, 4 ਬੈਡਰੂਮ ਦਾ ਘਰ ਆ, ਉਹਨਾਂ ਦੀ ਵੀ ਜੇ ਅਸਾਈਨਮੈਂਟ ਕਲੌਜ਼ ਹੈਗੀ ਆ, ਬੜੀ ਸਸਤੀ ਪ੍ਰਾਈਸ ਦੇ ਵਿੱਚ ਆ। ਤੇ ਜਿਹੜਾ ਸਟੋਨੀ ਕ੍ਰੀਕ ਦੇ ਕੋਲ ਆਪਣੇ ਕੋਲ ਘਰ ਆਇਆ 4 ਬੈਡਰੂਮ ਦਾ, ਲੀਜ਼ ਦੇ ਉੱਤੇ ਅਵੇਲੇਬਲ ਆ। ਇਸ ਨੂੰ ਲੈਣਾ ਵੀ ਚਾਹੁੰਦੇ ਹੋ ਜਾਂ ਲੀਜ਼ ਦੇ ਉੱਤੇ ਕਰਨਾ ਚਾਹੁੰਦੇ ਹੋ, ਗੁਰੂ ਘਰ ਦੇ ਕੋਲ ਆ, 647 960 0770 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਤੇ ਹੁਣ ਆਪਾਂ ਜੁੜਦੇ ਹਾਂ ਵਾਪਸ ਲੋਕਲ ਖਬਰਾਂ ਲੈ ਕੇ। ਸਾਡੇ ਇਸ ਮੁਲਕ ਦੀਆਂ ਖਬਰਾਂ ਕੀ ਕੁਛ ਹੋ ਰਿਹਾ ਹੈਗਾ ਉਹਦੇ ਉੱਤੇ ਵੀ ਆਪਾਂ ਜਿਹੜਾ ਚਰਚਾ ਕਰਾਂਗੇ। ਤਦ ਤੱਕ ਮੇਰੇ ਵੱਲੋਂ ਰੱਬ ਰਾਖਾ, ਸਤਿ ਸ਼੍ਰੀ ਅਕਾਲ।